ਜਿਹੜੀ ਜਾਦੂਗਰੀ ਆ ਪਰਮੇਸ਼ਵਰ ਉਸ ਨੂੰ ਕਿੰਨੀ ਨਫ਼ਰਤ ਕਰਦਾ ਆ। ਬਾਈਬਲ ਦੇ ਵਿੱਚ ਲਿਖਿਆ ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ। ਜਿਹਦਾ ਬਗਾਵਤ ਕਰਨੀ, ਜਦੋਂ ਕਿਸੇ ਦੇ ਤੁਸੀਂ ਵਿਰੁੱਧ ਖੜੇ ਹੋ ਜਾਂਦੇ ਆ, ਉਹ ਤੇ ਜਾਦੂਗਰੀ ਜਿਹੜੀ ਆ ਉਹ ਵੀ ਉਹਦੇ ਬਰਾਬਰ ਆ। ਇਸ ਤਰ੍ਹਾਂ ਇਸਰਾਏਲੀਆਂ ਨੇ ਕੀ ਕੀਤਾ ਸੀਗਾ, ਉਜਾੜ ਦੇ ਵਿੱਚ ਇੱਕ ਬੱਚਾ ਬਣਾ ਕੇ ਉਹਦੀ ਕੀ ਕਰਤੀ, ਪੂਜਾ ਕਰਨੀ ਸ਼ੁਰੂ ਕਰਤੀ ਸੀ, ਤੇ ਉਹ ਮੁੜ ਕੇ ਕੀ ਆ, ਮਿਸਰ ਨੂੰ ਕੀ ਆ, ਜਾਣ ਲੱਗ ਪਏ ਸੀ। ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਖਚਰਾਊ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ। ਸੋ ਜਿਹਾ ਤੈਂ ਯਹੋਵਾ ਦੇ ਬਚਨ ਨੂੰ ਰੱਦਿਆ ਹੈ, ਤਿਹਾ ਹੀ ਉਸ ਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ। ਸੋ ਕਈ ਵਾਰੀ ਅਸੀਂ ਕਹਿੰਦੇ ਹੈਗੇ ਆ ਵੀ ਅਸੀਂ ਤਾਂ ਜੋ ਕੁਛ ਮਰਜ਼ੀ ਕਰੀਏ ਪਰ ਸਾਡੇ ਨਾਲ ਬੁਰਾ ਨਾ ਹੋਵੇ। ਅਸੀਂ ਬੁਰਾ ਕਰ ਸਕਦੇ ਹੈਗੇ ਆ, ਜਾਂ ਅਸੀਂ ਜੋ ਵੀ ਬੁਰਾਈ ਦੇ ਵਿੱਚ ਜਾਈਏ, ਜਿੱਥੇ ਮਰਜ਼ੀ ਜਾਈਏ, ਜਿੱਥੇ ਮਰਜ਼ੀ ਘੁੰਮੀਏ, ਪਰ ਸਾਨੂੰ ਉਹਦਾ ਕੀ ਆ, 6ਵਾਂ ਅਧਿਆਇ ਉਹਦੀ 7ਵੀਂ ਚ ਲਿਖਿਆ, ਤੁਸੀਂ ਧੋਖਾ ਨਾ ਖਾਓ, ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਉਂਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਢੇਗਾ। ਸੋ ਉਹਨੇ ਜੋ ਬੀਜਿਆ ਆ ਉਹਨੇ ਉਹੀ ਕੀ ਬਣਨਾ ਹੈ। ਜੇ ਤੁਸੀਂ ਕਣਕ ਦੀ ਖੇਤੀ ਕੀਤੀ ਆ ਤੇ ਤੁਸੀਂ ਕਣਕ ਹੀ ਕੀ ਆ ਵੱਢੋਗੇ। ਜੇ ਤੁਸੀਂ ਛੱਲੀਆਂ ਦੀ ਖੇਤੀ ਕੀਤੀ ਫਿਰ ਤੁਸੀਂ ਛੱਲੀਆਂ ਦੀ ਕੀ ਆ ਵੱਢੋਗੇ। ਜੇ ਤੁਸੀਂ ਗੰਨਾ ਬੀਜਿਆ ਤੁਸੀਂ ਗੰਨਾ ਹੀ ਕੀ ਆ ਵੱਢੋਗੇ। ਸੋ ਜੋ ਤੁਸੀਂ ਬੀਜਿਆ ਆ ਉਹੀ ਉਗਣਾ ਆ ਤੇ ਤੁਸੀਂ ਉਹਦਾ ਹੀ ਤੁਹਾਨੂੰ ਕੀ ਫਲ ਮਿਲਣਾ ਆ। ਤੇ ਸੈਮੂਅਲ ਇੱਥੇ ਕੀ ਕਹਿੰਦਾ, ਸੈਮੂਅਲ ਦੇ ਇਸ ਕਿਤਾਬ ਦੇ ਵਿੱਚ ਲਿਖਿਆ, ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਖਚਰਾਊ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ। ਸੋ ਜਿਹੋ ਜਿਹਾ ਤੈਂ ਯਹੋਵਾ ਦੇ ਬਚਨ ਨੂੰ ਰੱਦਿਆ ਹੈ, ਤਿਹਾ ਹੀ ਉਸਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ। ਸੋ ਜਾਦੂਗਰੀ ਦੇ ਵਿੱਚ ਨਾ ਜਾਈਏ, ਚੇਲਿਆਂ ਦੇ ਕੋਲ ਨਾ ਜਾਈਏ, ਕਿਉਂਕਿ ਇਹ ਪਰਮੇਸ਼ਵਰ ਦੇ ਕੀ ਆ, ਵਿਰੋਧ ਦੇ ਵਿੱਚ ਆ। ਕਿਉਂਕਿ ਇਹ ਇਸ ਤਰ੍ਹਾਂ ਆ ਕਿ ਇੱਕ ਔਰਤ ਦਾ ਇੱਕ ਹਸਬੈਂਡ ਆ, ਤੇ ਪਰ ਉਹਦੇ ਸਾਹਮਣੇ ਦੂਸਰੇ ਬੰਦੇ ਨੂੰ ਲਿਆ ਕੇ ਖੜਾ ਕਰ ਦਿੰਦਾ ਵੀ ਇਹ ਮੇਰਾ ਹਸਬੈਂਡ ਹੈ, ਜਦਕਿ ਉਹਦਾ ਹਸਬੈਂਡ ਕੀ ਆ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਆ ਪਰਮੇਸ਼ਵਰ ਦੇ ਅੱਗੇ ਜਦੋਂ ਹੋਰ ਜਾਦੂਗਰ ਜਾਂ ਹੋਰ ਦੇਵੀ ਦੇਵਤੇ ਅਸੀਂ ਲਿਆ ਕੇ ਖੜੇ ਕਰ ਦਿੰਦੇ ਆ, ਤਾਂ ਅਸੀਂ ਰੱਬ ਨੂੰ ਕਹਿੰਦੇ ਆ ਕਿ ਜੋ ਇਹ ਸਾਡਾ ਰੱਬ ਆ, ਤੇ ਪਰਮੇਸ਼ਵਰ ਕੀ ਆ, ਉਸ ਚੀਜ਼ ਨੂੰ ਕਦੇ ਵੀ ਮਾਫ ਨਹੀਂ ਕਰੇਗਾ। ਤੇ ਬਾਈਬਲ ਦੇ ਵਿੱਚ ਲਿਖਿਆ, ਤੁਸੀਂ ਧੋਖਾ ਨਾ ਖਾਓ, ਕਿਉਂਕਿ ਅਸੀਂ ਕਹਿੰਦੇ ਹੈਗੇ ਵੀ ਅਸੀਂ ਜੋ ਕੁਛ ਮਰਜ਼ੀ ਕਰ ਲਈਏ ਪਰ ਸਾਨੂੰ ਉਹਦਾ ਫਲ ਨਾ ਮਿਲੇ। ਜਿਸ ਤਰ੍ਹਾਂ ਕਬੂਤਰ ਆ, ਉਹ ਬਿੱਲੀ ਨੂੰ ਦੂਰੋਂ ਆਉਂਦੇ ਕੀ ਕਰਦਾ, ਅੱਖੀਆਂ ਮੀਚ ਲੈਂਦਾ ਆ, ਹਨਾ। ਕੀ ਆ, ਜੇ ਉਹਦੀਆਂ ਅੱਖਾਂ ਮੀਚਣ ਦੇ ਨਾਲ ਇਹਦਾ ਮਤਲਬ ਹੈ ਕਿ ਬਿੱਲੀ ਨੇ ਉਹਨ ਤੇ ਅਟੈਕ ਨਹੀਂ ਕਰਨਾ, ਹਮਲਾ ਨਹੀਂ ਕਰਨਾ, ਜ਼ਰੂਰ ਕਰਨਾ ਹੈਗਾ। ਉਹਦੀਆਂ ਅੱਖਾਂ ਮੀਚਣ ਨਾਲ ਕੋਈ ਫਰਕ ਨਹੀਂ ਪੈਣਾ। ਇਸੇ ਤਰ੍ਹਾਂ ਜੇਕਰ ਤੁਸੀਂ ਕੁਛ ਬੀਜਦੇ ਆ, ਤੁਸੀਂ ਗਲਤ ਬੀਜਦੇ ਆ, ਤੁਸੀਂ ਗਲਤ ਕੰਮ ਕਰਦੇ ਹੋ, ਉਹਦਾ ਫਲ ਤੁਹਾਨੂੰ ਜ਼ਰੂਰ ਕੀ ਆ ਮਿਲੇਗਾ। ਪਰਮੇਸ਼ਵਰ ਠੱਠੇ ਵਿੱਚ ਨਹੀਂ ਉਡਾਉਂਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ। ਸੋਈ ਉਹੀ ਪਰਮੇਸ਼ਵਰ ਆ, ਇਨਸਾਨ ਨੇ ਕੀ ਆ ਵੱਢਣਾ ਹੈਗਾ। ਸੌਲ ਜਿਹੜਾ ਸੀਗਾ ਉਹ ਪਰਮੇਸ਼ਵਰ ਦੇ ਦੁਆਰਾ ਚੁਣਿਆ ਹੋਇਆ ਰਾਜਾ ਸੀਗਾ, ਤੇ ਉਹ ਇਸਰਾਏਲੀਆਂ ਨੇ ਕਿਹਾ ਸੀਗਾ, ਪ੍ਰਭੂ ਜੀ ਯਹੋਵਾ ਪਰਮੇਸ਼ਵਰ ਸਾਰੀ ਦੁਨੀਆ ਦੇ ਕੋਲ, ਸਾਰੇ ਦੇਸ਼ਾਂ ਦੇ ਕੋਲ ਉਹਨਾਂ ਕੋਲ ਆਪਣੇ ਰਾਜੇ ਆ, ਪਰ ਸਾਡੇ ਕੋਲ ਕੋਈ ਵੀ ਰਾਜਾ ਨਹੀਂ ਹੈਗਾ, ਸਾਨੂੰ ਵੀ ਰਾਜਾ ਦੇ। ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਕਿ ਮੈਂ ਹੀ ਤੁਹਾਡਾ ਰਾਜਾ ਹਾਂ। ਸੌਲ ਰਾਜਾ ਸੀਗਾ, ਉਹ ਪ੍ਰਭੂ ਦੀ ਮਰਜ਼ੀ ਤੇ ਚੱਲਿਆ, ਜੋ ਪਰਮੇਸ਼ਵਰ ਨੇ ਕਿਹਾ ਕੀਤਾ, ਪਰ ਉਸ ਤੋਂ ਬਾਅਦ ਉਹਨੇ ਕੀਆ, ਪਾਪ ਕਰਨਾ ਸ਼ੁਰੂ ਕਰ ਦਿੱਤਾ। ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਨਾ ਮੰਨਣਾ ਸ਼ੁਰੂ ਕਰ ਦਿੱਤਾ। ਪਰਮੇਸ਼ਵਰ ਦੇ ਹੁਕਮਾਂ ਤੇ ਉੱਤੇ ਕੀ ਉਹ ਚੱਲਣਾ ਨਹੀਂ ਸੀ ਚਾਹੁੰਦਾ, ਤੇ ਉਹ ਆਪਣੀਆਂ ਦਿਲ ਦੀਆਂ ਇੱਛਾਵਾਂ ਦੇ ਮੁਤਾਬਕ ਹੀ ਚੱਲਣਾ ਲੱਗ ਪਿਆ। ਉਹ ਲਾਲਚ ਦੇ ਵਿੱਚ ਪੈ ਗਿਆ। ਜਿਹੜੀਆਂ ਚੀਜ਼ਾਂ ਨੂੰ ਪਰਮੇਸ਼ਵਰ ਨੇ ਕਿਹਾ ਸੀ ਖਤਮ ਕਰ ਦੇ, ਪਰ ਉਹਨਾਂ ਚੀਜ਼ਾਂ ਨੂੰ ਉਹ ਕੀ ਰੱਖਣ ਲੱਗ ਪਿਆ। ਉਹਨੂੰ ਹਰ ਤਰ੍ਹਾਂ ਦਾ ਲਾਲਚ ਕੀਆ ਪੈ ਗਿਆ। ਪਰ ਕੀ ਆ, ਸੋ ਜਿਹੜਾ ਦੇਖੋ, ਜੋ ਪਰਮੇਸ਼ਵਰ ਕਿਸੇ ਨੂੰ ਚੁਣਦਾ ਆ, ਉਹਦੀ ਜੋ ਮਨਸਾ ਆ, ਉਹਦੀ ਅੰਦਰਲੀ ਆਤਮਾ ਆ, ਉਹਦੀ ਸੋਚ ਆ, ਉਹ ਹੋਰ ਹੋਵੇਗੀ। ਪਰ ਜਦੋਂ ਇਨਸਾਨ ਕਿਸੇ ਨੂੰ ਚੁਣਦਾ ਆ, ਤੇ ਉਹਦੀ ਕੀ ਆ, ਅੰਦਰਲੀ ਆਤਮਾ ਜਿਹੜੀ ਆ, ਉਹਦਾ ਅੰਦਰਲੀ ਸੋਚ ਜਿਹੜੀ ਆ ਕੁਝ ਹੋਰ ਹੋਵੇਗੀ। ਸੋ ਕਿਸ ਤਰ੍ਹਾਂ ਹੁੰਦਾ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਆ, ਹਰ ਕੋਈ ਆਪਣੇ ਆਪ ਨੂੰ ਪਾਸਟਰ ਕਹਿੰਦਾ ਆ, ਹਰ ਕੋਈ ਆਪਣੇ ਆਪ ਨੂੰ ਬਿਸ਼ਪ ਕਹਿ ਦਿੰਦਾ ਆ, ਹਰ ਕੋਈ ਆਪਣੇ ਆਪ ਨੂੰ ਪ੍ਰੋਫਿਟ ਕਹਿੰਦਾ ਆ। ਬਹੁਤ ਲੋਕ ਆ, ਹਰ ਕੋਈ ਦਾ ਮਤਲਬ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਜ਼ਿਆਦਾ ਆ ਜਿਹੜੇ ਆਪਣੇ ਨਾਂ ਰੱਖੇ ਹੋਏ ਹਨ, ਆਪਣੇ ਆਪ ਨੂੰ ਇੱਕ ਪਦਵੀ ਦੇ ਉੱਤੇ ਕੀ ਆ ਬਿਠਾਉਂਦੇ ਹਨ। ਪਰ ਕੀ ਆ,
ਉਹਨਾਂ ਦੀ ਮਨਸਾ ਤੋਂ, ਉਹਨਾਂ ਦੀ ਇਹ ਸੋਚ ਤੋਂ, ਉਹਨਾਂ ਦੇ ਦਿਲਾਂ ਚੋਂ ਜੋ ਗੱਲਾਂ ਨਿਕਲਦੀਆਂ ਉਹਨਾਂ ਤੋਂ ਤੁਸੀਂ ਪਹਿਚਾਣ ਸਕਦੇ ਆ ਕਿ ਇਹ ਸੱਚਮੁੱਚ ਪਾਸਟਰ ਆ। ਜੇ ਸੱਚਮੁੱਚ ਕੀ ਆ, ਇਹ ਰੱਬ ਦੇ ਮਗਰ ਕੀ ਆ ਚੱਲਣ ਵਾਲੇ ਹਨ। ਤੁਸੀਂ ਕਈਆਂ ਦੇ ਨਾਲ ਐਕਸਪੀਰੀਅੰਸ ਵੀ ਕੀਤਾ ਹੋਊਗਾ। ਉਹ ਕੀ ਆ, ਇੱਕ ਪਾਸਟਰ ਦੇ ਬਾਣੇ ਦੇ ਵਿੱਚ, ਇੱਕ ਬਿਸ਼ਪ ਦੇ ਬਾਣੇ ਵਿੱਚ ਤੁਹਾਡੇ ਕੋਲ ਆਉਂਦੇ ਆ, ਪਰ ਉਸ ਤੋਂ ਬਾਅਦ ਕੀ ਆ, ਤੁਹਾਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਕਰਕੇ ਕੀ ਆ ਉਹ ਜਾਂਦੇ ਆ। ਸਾਊਲ ਪਰਮੇਸ਼ਵਰ ਦਾ ਚੁਣਿਆ ਹੋਇਆ ਰਾਜਾ ਸੀ, ਪਰੰਤੂ ਉਹ ਪਰਮੇਸ਼ਵਰ ਅੱਗੇ ਝੁਕਣ ਦੀ ਬਜਾਏ ਦੂਸਰੀ ਆਤਮਾ ਅੱਗੇ ਝੁਕਦਾ ਹੈ ਨਾ। ਸੋ ਜੇ ਅਸੀਂ ਸੈਮੂਅਲ ਦੀ ਕਿਤਾਬ ਨੂੰ ਪੜ੍ਹਦੇ ਹਾਂ, ਉਹਦਾ 28 ਅਧਿਆਏ ਉਹਦੀ 3 ਐਤ ਇੱਥੇ ਲਿਖਿਆ ਆ, ਸੈਮੂਅਲ ਜਿਹੜਾ ਆ ਉਹਦੀ ਮੌਤ ਹੋ ਜਾਂਦੀ ਆ। ਕੋਈ ਸੈਮੂਅਲ ਉਹ ਸੀਗਾ ਜਿਹਨੇ ਸਾਊਲ ਨੂੰ ਕੀ ਕੀਤਾ ਸੀ, ਮਸਾ ਕੀਤਾ ਸੀ, ਕਿਉਂਕਿ ਸੈਮੂਅਲ ਮਰ ਗਿਆ ਸੀ ਅਤੇ ਇਸਰਾਇਲ ਨੇ ਉਹਦਾ ਸੋਗ ਕੀਤਾ ਸੀ, ਅਤੇ ਉਸੇ ਦੇ ਸ਼ਹਿਰ ਵਿੱਚ ਜੋ ਰਾਮਾਹ ਸੀ ਉਹਨੂੰ ਦੱਬ ਦਿੱਤਾ, ਅਤੇ ਸਾਊਲ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਜਾਰਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਸੋ ਸਾਊਲ ਕੀ ਆ, ਪਹਿਲਾਂ ਤਾਂ ਪਰਮੇਸ਼ਰ ਦੇ ਬਚਨ ਦੇ ਉੱਤੇ ਚੱਲਿਆ ਸੀਗਾ, ਪ੍ਰਭੂ ਦੀ ਮਰਜ਼ੀ ਦੇ ਮੁਤਾਬਕ ਹੀ ਚੱਲਿਆ ਸੀਗਾ। ਉਹਨਾਂ ਨੇ ਜਿਨ੍ਹਾਂ ਦੇ ਭੂਤ ਜ਼ਾਰ ਸੀਗੇ, ਕਈਆਂ ਨੂੰ ਖਤਮ ਕਰਤਾ ਤੇ ਬਹੁਤ ਸਾਰਿਆਂ ਨੂੰ ਉੱਥੋਂ ਕੱਢ ਵੀ ਦਿੱਤਾ। ਪਰ ਜਦੋਂ ਸੈਮੂਅਲ ਦੀ ਡੈਥ ਹੋ ਗਈ, ਸੈਮੂਅਲ ਜਦੋਂ ਚਲਾ ਗਿਆ ਤੇ ਉਹ ਕੀ ਆ, ਪਰਮੇਸ਼ਵਰ ਦੇ ਬਚਨ ਤੋਂ ਦੂਰ ਜਾਣ ਲੱਗ ਪਿਆ। ਬਲਕਿ ਉਸ ਤੋਂ ਪਹਿਲਾਂ ਵੀ ਕੀ ਆ, ਉਹ ਪਰਮੇਸ਼ਵਰ ਦੇ ਬਚਨ ਤੋਂ ਕੀ ਆ, ਦੂਰ ਜਾਣ ਲੱਗ ਪਿਆ ਸੀਗਾ। ਤੇ ਪਰ ਜਦੋਂ ਪਰਮੇਸ਼ਵਰ ਨੇ ਸਾਊਲ ਦੇ ਨਾਲ ਕੀ ਆ, ਗੱਲ ਕਰਨੀ ਕੀ ਆ, ਬੰਦ ਕਰ ਦਿੱਤੀ, ਤਾਂ ਫਿਰ ਸੈਮੂਅਲ ਜੋ ਕੀ ਆ, ਪਰਮੇਸ਼ਵਰ ਦਾ ਬਚਨ ਸਾਊਲ ਨੂੰ ਦੱਸਦਾ ਸੀਗਾ, ਤੇ ਹੁਣ ਉਹਨੂੰ ਕੋਈ ਆਵਾਜ਼ ਕੀ ਆ ਨਹੀਂ ਸੁਣਦੀ ਸੀ। ਨਾ ਹੀ ਸੈਮੂਅਲ ਸੀਗਾ ਤੇ ਪਰਮੇਸ਼ਵਰ ਉਹਦੇ ਨਾਲ ਕੀ ਆ, ਸਾਊਲ ਦੇ ਨਾਲ ਗੱਲ ਕੀ ਆ ਨਹੀਂ ਕਰ ਰਿਹਾ ਸੀ। ਤੇ ਫਿਰ ਜਦੋਂ ਉਹਨੂੰ ਤਕਲੀਫ ਹੋਈ ਆ, ਉਹ ਲੜਾਈ ਦੇ ਵਿੱਚ ਉਹ ਹਾਰਨ ਲੱਗਾ ਆ, ਉਹਦਾ ਨੁਕਸਾਨ ਹੋਣ ਲੱਗ ਪਿਆ, ਉਹਦੇ ਇਲਾਕਿਆਂ ਦੇ ਉੱਤੇ ਕੀ ਆ, ਦੂਸਰੀਆਂ ਕੌਮਾਂ ਨੇ ਕੀ ਆ, ਕਬਜ਼ਾ ਕਰ ਲਿਆ ਆ। ਤੇ ਉਸ ਵੇਲੇ ਕੀ ਹੋ ਰਿਹਾ ਆ, ਉਸ ਵੇਲੇ ਉਹ ਆਪਣੇ ਲੋਕਾਂ ਨੂੰ ਕਹਿੰਦਾ ਵੀ ਕੋਈ ਇਹੋ ਜਿਹਾ ਲੱਭੋ ਕਿ ਜਿਹੜਾ ਕੀ ਆ ਸੈਮੂਅਲ ਦੇ ਨਾਲ ਕੀ ਆ ਮੇਰੀ ਗੱਲ ਕਰਾ ਸਕੇ। ਸੋ ਅੱਗੇ ਕੀ ਹੁੰਦਾ ਆ, ਤਦ ਸਾਊਲ ਨੇ ਆਪਣੇ ਟਹਿਲੂਆਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਤੀਵੀਂ ਭਾਲੋ ਜਿਹਦੇ ਭੂਤ ਮਿੱਤਰ ਹੋਣ। ਕੀ ਹੁਣ ਭੂਤ ਕੀ ਆ, ਮਿੱਤਰ ਹੋਣ। ਪਹਿਲਾਂ ਉਹਨਾਂ ਭੂਤਾਂ ਨੂੰ ਕੀ ਆ, ਭੂਤਾਂ ਵਾਲਿਆਂ ਨੂੰ ਕੀ ਆ, ਭਜਾਉਂਦਾ ਸੀਗਾ, ਉਹਨਾਂ ਨੂੰ ਮਾਰਦਾ ਸੀਗਾ, ਤੂੰ ਪਰਮੇਸ਼ਵਰ ਨੇ ਹੁਕਮ ਦਿੱਤਾ ਸੀਗਾ। ਹੁਣ ਜੋ ਮੈਂ ਉਹਦੇ ਕੋਲ ਜਾਵਾਂ ਅਤੇ ਉਸ ਕੋਲੋਂ ਪੁੱਛਾਂ ਜੋ ਉਹਦੇ ਟਹਿਲੂਆਂ ਨੇ ਉਹਨੂੰ ਆਖਿਆ, ਵੇਖੋ ਇੰਦੋਰ ਵਿੱਚ ਇੱਕ ਤੀਵੀਂ ਹੈ ਜਿਹਦਾ ਭੂਤ ਮਿੱਤਰ ਆ। ਸੋ ਸਾਊਲ ਨੇ ਆਪਣਾ ਭੇਸ ਬਟਾ ਕੇ ਹੋਰ ਲੀੜੇ ਪਾ ਲਏ ਅਤੇ ਗਿਆ, ਔਰ 2 ਜਣੇ ਉਹਦੇ ਨਾਲ ਸਨ, ਅਤੇ ਰਾਤ ਨੂੰ ਉਸ ਤੀਵੀਂ ਕੋਲ ਅਪੜਿਆ ਅਤੇ ਉਸ ਨੂੰ ਆਖਿਆ, ਦਇਆ ਕਰਕੇ ਆਪਣੇ ਭੂਤ ਮਿੱਤਰਾਂ ਕੋਲੋਂ ਮੇਰੇ ਲਈ ਸਲਾਹ ਪੁੱਛ, ਅਤੇ ਜਿਹਦਾ ਨਾਮ ਮੈਂ ਤੈਨੂੰ ਦੱਸਾਂ ਉਹਨੂੰ ਮੇਰੇ ਲਈ ਉਤਾਂ ਲਿਆ। ਵੀ ਜਿਹਦੀ ਮੈਂ ਗੱਲ ਕਰਾਂ, ਉਸ ਜਿਹਦਾ ਨਾਂ ਦੱਸਾਂ ਉਹਨੂੰ ਤੁਸੀਂ ਮੇਰੇ ਨਾਲ ਕੀ ਆ, ਮੇਰੀ ਉਹਦੇ ਨਾਲ ਕੀ ਆ ਗੱਲ ਕਰਾਓ। ਸੋ ਸਾਊਲ ਜਿਹੜਾ ਸੀ ਉਹ ਕਿੱਥੇ ਗਿਆ, ਉਹ ਇੱਕ ਜਾਦੂਗਰਨੀ ਕੋ ਗਿਆ ਜਿਹਦੇ ਭੂਤ ਕੀ ਆ ਦੋਸਤ ਸੀਗੇ, ਉਹਦੇ ਕੋਲ ਜਾ ਕੇ ਉਹ ਕੀ ਆ ਸੈਮੂਅਲ ਦੇ ਨਾਲ, ਜੋ ਕਿ ਪਰਮੇਸ਼ਵਰ ਦਾ ਦਾਸ ਸੀਗਾ, ਜੋ ਪ੍ਰੋਫਟ ਸੀਗਾ, ਜਿਹਦੀ ਡੈਥ ਹੋ ਗਈ ਸੀਗੀ, ਵੀ ਮੇਰੀ ਤੂੰ ਉਹਦੇ ਨਾਲ ਕੀ ਕਰਾ ਗੱਲ ਕਰਾ। ਸੋ ਅਸੀਂ ਕੀ ਦੇਖਦੇ ਹਾਂ, ਸਾਊਲ ਨੇ ਚੰਗੀ ਸ਼ੁਰੂਆਤ ਕੀਤੀ। ਸੋ ਕਿਉਂਕਿ ਜੋ ਦੁਨੀਆ ਆ, ਲੋਕ ਆ, ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਭਦੀ ਆ, ਇਸ ਤਰ੍ਹਾਂ ਦੇ ਲੋਕਾਂ ਨੂੰ ਚਾਹੁੰਦੀ ਆ, ਜਾਂ ਕਿਉਂਕਿ ਇਨਸਾਨ ਜਿਹੜਾ ਆ ਉਹ ਬਾਹਰੋਂ ਕੀ ਆ ਦੇਖਦਾ ਹੈ, ਪਰ ਪਰਮੇਸ਼ਵਰ ਕੀ ਆ ਦਿਲਾਂ ਨੂੰ ਕੀ ਆ ਦੇਖਦਾ ਆ। ਸੋ ਜਿਹੜਾ ਇੱਥੇ ਇੱਕ ਰਾਜਾ ਚੁਣਿਆ ਗਿਆ ਸੀਗਾ, ਸਾਊਲ ਨੇ ਚੰਗੀ ਸ਼ੁਰੂਆਤ ਕੀਤੀ। ਉਹ ਬਹੁਤ ਹੀ ਸੋਹਣਾ ਅਤੇ ਸਿਰ ਕੱਢਵਾਂ ਗੱਭਰੂ ਸੀਗਾ, ਉੱਚਾ ਲੰਮਾ ਸੀਗਾ, ਉਹਦੇ ਵਰਗਾ ਉੱਥੇ ਕੋਈ ਵੀ ਕੀ ਨਹੀਂ ਸੀ। ਪਹਿਲਾ ਸੈਮੂਅਲ ਉਹਦਾ 9ਵਾਂ ਅਧਿਆਇ 2 ਚ ਲਿਖਿਆ ਆ, ਉਹਦਾ ਇੱਕ ਸਾਊਲ ਨਾਮੇ ਪੁੱਤਰ ਸੀ, ਸੋਹਣਾ ਅਤੇ ਡਾਢਾ ਚੰਗਾ ਜਵਾਨ ਸੀ, ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵਧੇਕ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ। ਉਹ ਸਾਰਿਆਂ ਮਨੁੱਖਾਂ ਵਿੱਚ ਮੋਢਿਆਂ ਤੋਂ ਲੈ ਕੇ ਉਤਾਂ ਸਭਨਾਂ ਨਾਲੋਂ ਉੱਚਾ ਸੀਗਾ। ਉਹ ਉੱਚਾ ਲੰਬਾ ਕੀ ਆ ਆਦਮੀ ਸੀਗਾ, ਲੜਕਾ ਕਹਿ ਸਕਦੇ ਹੈਗੇ ਆ, ਜਵਾਨ ਸੀਗਾ, ਗੱਭਰੂ ਸੀਗਾ। ਸੋ ਇਹ ਕਿਹਦੀ ਕਿਹਨਾਂ ਦੀ ਚੋਣ ਸੀਗੀ,
ਇਹ ਇਨਸਾਨਾਂ ਦੀ ਕੀ ਆ ਚੋਣ ਸੀਗੀ। ਸੋ ਉਹਨਾਂ ਨੇ ਮੰਗਿਆ ਤੇ ਪਰਮੇਸ਼ਰ ਨੂੰ ਦੇ ਦਿੱਤਾ। ਪਰ ਕੀ ਆ, ਉਹ ਜਦੋਂ ਤੇ ਮੁਸੀਬਤ ਆਉਂਦੀ ਆ, ਜਦੋਂ ਉਹ ਪਰਮੇਸ਼ਵਰ ਦੇ ਬਚਨ ਦੇ ਉੱਤੇ ਨਹੀਂ ਚੱਲਦਾ ਤੇ ਉਹ ਜਾਦੂਗਰਾਂ ਦੇ ਕੋਲ ਕੀ ਆ ਜਾਂਦਾ ਆ। ਪਰ ਜਿਹੜਾ ਕਿ ਉਸ ਨੂੰ ਪਤਾ ਸੀਗਾ ਕਿ ਪਰਮੇਸ਼ਵਰ ਕੀ ਆ ਇਹਨਾਂ ਦੇ ਖਿਲਾਫ ਆ, ਪਰਮੇਸ਼ਵਰ ਇੰਨਾ ਖਿਲਾਫ ਆ ਕਿ ਪਰਮੇਸ਼ਵਰ ਨੇ ਹੁਕਮ ਦਿੱਤਾ ਸੀਗਾ ਇਹਨਾਂ ਨੂੰ ਆਪਣੀ ਧਰਤੀ ਤੋਂ, ਜਿੱਥੇ ਉਹ ਰਹਿੰਦੇ ਸੀਗੇ, ਇੱਥੇ ਕੋਈ ਵੀ ਜਾਦੂਗਰ ਕੀ ਆ ਨਾ ਰਵੇ। ਇਹਨਾਂ ਨੂੰ ਕੀ ਕਰ, ਤੂੰ ਖਤਮ ਕਰ ਦੇ, ਇਹਨਾਂ ਨੂੰ ਇਸ ਧਰਤੀ ਦੇ ਉੱਤੋਂ ਕੱਢ ਦੇ। ਤੁਹਾਡੇ ਵਿੱਚ ਕੋਈ ਵੀ ਦੂਸਰੇ ਦੇਵਤਿਆਂ ਦੀ ਅਤੇ ਜਾਦੂਗਰ ਕੀ ਹੈਗੇ ਜਿਹੜੇ ਉਹ ਉੱਥੇ ਜਿਨ੍ਹਾਂ ਦੇ ਦਿਓ ਜਾ ਰਿਹਾ, ਜਿਹੜੇ ਜਾਦੂ ਟੂਣਾ ਕਰਦੇ ਆ, ਉਹ ਇਸ ਧਰਤੀ ਦੇ ਉੱਤੇ ਕੀ ਆ ਨਾ ਹੋਣ, ਇਸਰਾਇਲ ਦੇ ਵਿੱਚ ਕੀ ਆ ਉਹ ਨਾ ਹੋਣ। ਪਰ ਉਹ ਫੇਰ ਵੀ ਕੀ ਆ ਉਹਨਾਂ ਦੇ ਕੋਲ ਗਿਆ ਵਿਵਸਥਾ ਸਾਰ। ਜਦੋਂ ਅਸੀਂ ਜੋ ਪੁਰਾਣੇ ਐਤਨਾਮੇ 'ਚ ਜਿੱਥੇ ਮੂਸਾ ਦੇ ਜਿਹੜੇ ਹੁਕਮ ਸੀਗੇ, ਮੂਸਾ ਨੇ ਜਿਹੜਾ ਕਾਨੂੰਨ ਦਿੱਤਾ ਸੀ, ਸ਼ਰੀਅਤ ਸਾਨੂੰ ਦਿੱਤੀ ਸੀਗੀ, ਉੱਥੇ ਕੀ ਲਿਖਿਆ ਆ ਵਿਵਸਥਾ ਸਾਰ ਉਹਦਾ 18ਵਾਂ ਅਧਿਆਇ ਉਹੀ 10 ਤੋਂ 12 ਵਿੱਚ ਲਿਖਿਆ, ਤੁਹਾਡੇ ਵਿੱਚੋਂ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ। ਤੁਹਾਡੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਦੇਖਿਆ ਕਈ ਦੇਵਤਿਆਂ ਦੀ ਪੂਜਾ ਕਰਦੇ ਆ, ਉਹ ਕੀ ਆ, ਉਹ ਅੱਗ ਦੇ ਉੱਪਰ ਚੱਲਦੇ ਆ, ਕੰਡਿਆਂ ਦੇ ਉੱਤੇ ਚੱਲਦੇ ਆ। ਪਰ ਇੱਥੇ ਕੀ ਲਿਖਿਆ ਆ, ਅੱਗ ਦੇ ਵਿੱਚ ਦੀ ਲੰਘਾਵੇ, ਜਾਂ ਕੋਈ ਫਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ। ਹੁਣ ਕੀ ਮਹੂਰਤ ਜਿਹੜੇ ਦੇਖਦੇ ਆ ਮੰਤਰੀ ਜਾਂ ਮੰਤਰ ਜਿਹੜੇ ਪੜ੍ਹਦੇ, ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿਨ੍ਹਾਂ ਤੋਂ ਪੁੱਛਾਂ ਲੈਣ ਵਾਲਾ, ਜਿਨ੍ਹਾਂ ਤੋਂ ਮਤਲਬ ਜਿਹੜੇ ਜਿੰਨ ਹੁੰਦੇ ਹੈਗੇ ਆ ਉਹਨਾਂ ਤੋਂ ਜਿਹੜਾ ਪੁੱਛਾਂ ਲੈਣ ਵਾਲਾ, ਦਿਓ ਦਾ ਜਾਲ ਜਾਂ ਭੂਤਨੀਆਂ ਦਾ ਕੱਢਣ ਵਾਲਾ, ਵੀ ਇਦਾਂ ਦੇ ਲੋਕ ਕੀ ਆ ਤੁਹਾਡੀ ਧਰਤੀ ਤੇ ਕੀ ਆ ਨਹੀਂ ਹੋਣੇ ਚਾਹੀਦੇ। ਕਿਉਂ ਜੋ ਜਿਹੜਾ ਇਹ ਕੰਮ ਕਰੇ ਉਹ ਯਹੋਵਾ ਅੱਗੇ ਘਿਨਾਉਣਾ ਹੈ। ਇਹ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਕੀ ਆ ਬਹੁਤ ਹੀ ਬੁਰੇ ਕੰਮ ਆ। ਜਿਨ੍ਹਾਂ ਦੇ ਦਿਓ ਜਾ ਆ, ਜਿਹੜੇ ਪੁੱਛਾ ਦਿੰਦੇ, ਜਿਹੜੇ ਚੇਲੇ ਆ, ਜਿਹੜੇ ਭੂਤਾਂ ਨਾਲ ਗੱਲਾਂ ਕਰਦੇ ਜਾਂ ਭੂਤਾਂ ਦੇ ਨਾਲ ਗੱਲਾਂ ਕਰਦੇ ਆ, ਪਰਮੇਸ਼ਵਰ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਕੀ ਕਹਿੰਦਾ ਆ, ਸਾਨੂੰ ਕਹਿੰਦਾ ਵੀ ਤੁਸੀਂ ਕੀ ਹੋ ਜਾਓ, ਦੂਰ ਹੋ ਜਾਓ। ਅਤੇ ਇਹਨਾਂ ਘਿਨਾਉਣੇ ਕੰਮਾਂ ਦੇ ਕਾਰਨ ਯਹੋਵਾ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਆ, ਕਿਉਂਕਿ ਉਹਨਾਂ ਦੇ ਕੰਮ ਹੈਗੇ ਆ। ਸੋ ਪਰਮੇਸ਼ਵਰ ਕੀ ਆ ਉਹਨਾਂ ਨੂੰ ਤੁਹਾਡੇ ਤੋਂ ਕੀ ਆ ਭਜਾ ਦੇਵੇਗਾ, ਉਹਨਾਂ ਨੂੰ ਕੀ ਆ ਤੁਹਾਡੇ ਅੱਗੋਂ ਕੀ ਆ ਕੱਢਣ ਵਾਲਾ ਆ। ਪਰਮੇਸ਼ਵਰ ਕੀ ਆ ਜੋ ਇਹਨਾਂ ਲੋਕਾਂ ਨੂੰ ਤੁਹਾਡੇ ਅੱਗੇ ਟਿਕਣ ਨਹੀਂ ਦੇਵੇਗਾ। ਨਾ ਹੀ ਪਰਮੇਸ਼ਵਰ ਚਾਹੁੰਦਾ ਕਿ ਤੁਸੀਂ ਇਹਨਾਂ ਲੋਕਾਂ ਦੇ ਕੋਲ ਕੀ ਜਾਵੋ। ਲੇਵੀਆਂ ਉਹਦਾ 20ਵਾਂ ਅਧਿਆਇ ਉਹਦੀ 6 ਚ ਲਿਖਿਆ, ਅਤੇ ਜਿਹੜਾ ਪ੍ਰਾਣੀ ਉਹਨਾਂ ਦੇ ਮਗਰ ਲੱਗੇ, ਹੁਣ ਕੀ ਅੱਗੇ ਕੀ ਆ, ਜਿਨ੍ਹਾਂ ਦੇ ਦਿਓ ਜਾਰ ਹਨ ਅਤੇ ਜਾਦੂਗਰਾਂ ਦੇ ਮਗਰ ਉਹਨਾਂ ਦੇ ਨਾਲ ਜਾਰੀ ਕਰਨ ਦੇ ਲਈ ਫਿਰਦਾ ਹੈ, ਮੈਂ ਵੀ ਉਸ ਪ੍ਰਾਣੀ ਦਾ ਵਿਰੋਧੀ ਬਣ ਕੇ ਉਸ ਦੇ ਲੋਕਾਂ ਵਿੱਚੋਂ ਵੱਢਾਂਗਾ। ਪਰਮੇਸ਼ਰ ਕਹਿੰਦਾ ਮੈਂ ਉਹਦਾ ਵਿਰੋਧੀ ਬਣ ਜਾਣਾ, ਮੈਂ ਉਹਨੂੰ ਕੀਆ ਉਹਦੇ ਲੋਕਾਂ ਦੇ ਵਿੱਚੋਂ ਉਹਨੂੰ ਕੀਆ ਵੱਢਾਂਗਾ। ਸੋ ਪਰਮੇਸ਼ਵਰ ਕੀਆ ਇਹਨਾਂ ਚੀਜ਼ਾਂ ਨੂੰ ਕੀਆ ਨਫ਼ਰਤ ਕਰਦਾ ਆ। ਜਿਹੜਾ ਰਾਜਾ ਸੀਗਾ ਉਸ ਨੂੰ ਪੁਰਾਣੇ ਜੋ ਐਤਨਾਮਾ ਆ, ਜੋ ਮੂਸਾ ਦਾ ਜਿਹੜਾ ਕਾਨੂੰਨ ਸੀ, ਉਹਦੇ ਬਾਰੇ ਪੂਰਾ ਕੀਆ ਪਤਾ ਹੋਵੇਗਾ, ਕਿਉਂਕਿ ਜੇਕਰ ਉਹ ਰਾਜਾ ਬਣਿਆ, ਉਸ ਇਸਰਾਇਲੀ ਸੀਗਾ, ਕਿਉਂਕਿ ਇਸਰਾਇਲੀਆਂ ਨੂੰ ਕੀਆ ਕਾਨੂੰਨ ਦੇ ਬਾਰੇ ਜਾਣਨਾ ਜ਼ਰੂਰੀ ਸੀਗਾ। ਖਾਸ ਤੌਰ ਤੇ ਜਿਹੜਾ ਰਾਜਾ ਬਣਿਆ ਉਸ ਨੂੰ ਕਾਨੂੰਨ ਦੇ ਬਾਰੇ ਜਾਣਨਾ ਕੀ ਜ਼ਰੂਰੀ, ਤਾਂ ਕਿ ਉਹ ਕਾਨੂੰਨ ਕੀ ਲਾਗੂ ਕਰ ਸਕੇ। ਸੋ ਉਹ ਇਹਨਾਂ ਗੱਲਾਂ ਬਾਰੇ, ਜੋ ਸਾਊਲ ਰਾਜਾ ਸੀਗਾ, ਇਹਨਾਂ ਗੱਲਾਂ ਦੇ ਬਾਰੇ ਪੂਰੀ ਤਰ੍ਹਾਂ ਕੀਆ ਜਾਣਦਾ ਸੀਗਾ। ਤੀਸਰੀ ਆਇਤ ਜਿਹੜੀ ਮੈਂ ਪੜਾਂਗਾ, ਯਸ਼ਾਇਆ 26 ਦੇ 14 ਚ ਲਿਖਿਆ, ਉਹ ਮੁਰਦੇ ਹਨ ਉਹ ਨਾ ਜਿਉਣਗੇ, ਉਹ ਭੂਤਨੇ ਹਨ ਉਹ ਨਾ ਉੱਠਣਗੇ, ਇਉਂ ਤੈਂ ਉਹਨਾਂ ਦੀ ਖਬਰ ਲਈ ਅਤੇ ਉਹਨਾਂ ਨੂੰ ਗੁੱਲ ਕਰ ਦਿੱਤਾ ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ। ਸੋ ਪਰਮੇਸ਼ਵਰ ਕੀ ਆ, ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਭੂਤਨਿਆਂ ਨੂੰ ਪਿਆਰ ਕਰਦੇ ਆ, ਜਿਹੜੇ ਭੂਤਾਂ ਦੇ ਨਾਲ ਕੀ ਆ ਦੋਸਤੀਆਂ ਰੱਖਦੇ ਆ, ਪਰਮੇਸ਼ਵਰ ਉਹਨਾਂ ਦੀ ਯਾਦ ਵੀ ਕੀ ਆ ਮਿਟਾ ਦੇਵੇਗਾ, ਉਹਨਾਂ ਨੂੰ ਕੀ ਆ ਖਤਮ ਕੀਆ ਕਰ ਦੇਵੇਗਾ। ਇਸ ਲਈ ਕਿਉਂਕਿ ਪਰਮੇਸ਼ਵਰ ਕੀ ਆ ਆਪਣੇ ਵਿਰੋਧ ਦੇ ਵਿੱਚ ਸ਼ੈਤਾਨ ਨੂੰ ਕੀਆ ਨਹੀਂ ਰੱਖੇਗਾ, ਆਪਣੀ ਜਗ੍ਹਾ ਦੇ ਉੱਤੇ ਕਿਸੇ ਭੂਤ ਨੂੰ ਕੀਆ ਨਹੀਂ ਬਿਠਾਵੇਗਾ। ਪਰਮੇਸ਼ਵਰ ਨਹੀਂ ਚਾਹੇਗਾ ਕੋਈ ਇਨਸਾਨ ਜਿਹੜਾ ਹੈਗਾ ਆ ਉਹ ਸ਼ੈਤਾਨੀ ਆਤਮਾ ਦੇ ਕੋਲ ਕੀਆ ਜਾਵੇ ਤੇ ਆਪਣਾ ਨਾਸ਼ ਕਰਾਵੇ। ਪਰਮੇਸ਼ਵਰ ਚਾਹੂਗਾ ਕਿ ਤੁਸੀਂ ਉਹਦੇ ਕੋਲ ਆਓ, ਤੁਸੀਂ ਉਹਦੇ ਪਿਆਰ ਦੇ ਵਿੱਚ ਆਓ, ਸਮਝਦਾਰੀ ਨੂੰ ਵਰਤੋ, ਜਾਣੋ ਤੁਹਾਨੂੰ ਕਿੱਥੇ ਤੁਹਾਡੇ ਤੇ ਕੀ ਕਿਰਪਾ ਹੋਵੇਗੀ। ਸੋ ਕਈ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ,
ਕਈ ਵਾਰ ਸਾਨੂੰ ਕੋਈ ਸਾਡੇ ਫੈਮਿਲੀ ਦੇ ਵਿੱਚੋਂ ਕੋਈ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਜਦੋਂ ਚਲੇ ਜਾਂਦੇ ਹੈਗੇ, ਜੇਕਰ ਤੁਸੀਂ ਉਹਨਾਂ ਦੀ ਆਵਾਜ਼ ਸੁਣਦੇ ਹੈਗੇ ਆ, ਕਿਉਂਕਿ ਪਰਮੇਸ਼ਰ ਦਾ ਵਚਨ ਨਹੀਂ ਦੱਸਦਾ ਕਿ ਜੋ ਇੱਕ ਵਾਰੀ ਪਰਸਨ ਚਲ ਜਾਂਦਾ ਹੈ ਉਹ ਤੁਹਾਡੇ ਕੋਲ ਵਾਪਸ ਆਵੇਗਾ। ਹਾਂ, ਕਈ ਕਾਰਨ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਵੇ ਜਾਂ ਉਹ ਹੋਰ ਗੱਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਵੀ ਪੁਰਾਣੇ ਯਿਸੂ ਮਸੀਹ ਦੇ ਸਮੇਂ ਵੀ ਪਰਮੇਸ਼ਰ ਨੇ ਆਪਣੇ ਨਬੀ ਨੂੰ ਘੱਲਿਆ ਜੋ ਯਿਸੂ ਮਸੀਹ ਨਾਲ ਗੱਲ ਕਰ ਰਹੇ ਸੀਗੇ, ਪਰ ਉਹ ਤੁਸੀਂ ਦੇਖਦੇ ਹੈਗੇ ਆ ਕਿਸ ਤਰ੍ਹਾਂ ਦਾ ਚਾਨਣ ਸੀ, ਕਿਸ ਤਰ੍ਹਾਂ ਦੀ ਸ਼ਾਂਤੀ ਸੀਗੀ। ਪਰ ਕਈ ਵਾਰੀ ਜਿਹੜਾ ਸ਼ੈਤਾਨ ਆ ਉਹ ਵੀ ਜੋ ਲੋਕ ਚਲੇ ਜਾਂਦੇ, ਕਿਉਂਕਿ ਤੁਸੀਂ ਉਹਦੇ ਨਾਲ ਅਟੈਚ ਹੁੰਦੇ ਹੈਗੇ ਆ, ਤੁਹਾਡਾ ਇੱਕ ਭਾਵਕ ਰਿਸ਼ਤਾ ਉਹਨਾਂ ਦੇ ਨਾਲ ਹੁੰਦਾ ਆ, ਸ਼ੈਤਾਨ ਵੀ ਤੁਹਾਡੇ ਨਾਲ ਉਹਨਾਂ ਦੀ ਆਵਾਜ਼ ਦੇ ਵਿੱਚ ਕੀ ਗੱਲ ਕਰਨੀ ਚਾਹੁੰਦਾ ਆ। ਇਸ ਕਰਕੇ ਸਾਵਧਾਨ ਰਹੀਏ। ਇਹਦਾ ਮਤਲਬ ਨਹੀਂ ਕਿ ਤੁਹਾਡੇ ਕਿਸੇ ਘਰ ਦੇ ਵਿੱਚੋਂ ਕੋਈ ਕਿਸੇ ਦੀ ਮੌਤ ਹੋ ਜਾਂਦੀ ਆ, ਬਾਅਦ ਚੋਂ ਉਹ ਆ ਕੇ ਤੁਹਾਨੂੰ ਹਾਕਾ ਮਾਰ ਰਿਹਾ ਜਾਂ ਤੁਸੀਂ ਉਹਦੀ ਆਵਾਜ਼ ਸੁਣ ਰਹੇ ਹੋ। ਜੇਕਰ ਤੁਸੀਂ ਉਸ ਪਰਸਨ ਦੀ ਆਵਾਜ਼ ਸੁਣ ਰਹੇ ਹੈਗੇ ਤਾਂ ਪ੍ਰਭੂ ਕੋਲੋਂ ਪੁੱਛੀਏ ਕੌਣ ਆ, ਕਿਉਂਕਿ ਹੋ ਸਕਦਾ ਆ ਤੇ ਕਿਉਂਕਿ ਉਹ ਸ਼ੈਤਾਨ ਦੀ ਆਵਾਜ਼ ਹੋਵੇ, ਕਿਉਂਕਿ ਬਾਈਬਲ ਦਾ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜਿਹੜਾ ਪਰਸਨ ਚਲਾ ਜਾਂਦਾ ਉਹ ਵਾਪਸ ਨਹੀਂ ਆਵੇਗਾ। ਇਬਰਾਨੀਆਂ 9 ਅਧਿਆਇ 27 ਵਿੱਚ ਲਿਖਿਆ, ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਆ, ਇੱਕ ਵਾਰੀ ਮਰਨਾ ਆ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ। ਜੇ ਮਤਲਬ ਇੱਕ ਵਾਰੀ ਮੌਤ ਜਿਹੜੀ ਹੋਣੀ ਆ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਮੌਤ ਬਾਈਬਲ ਦੇ ਵਿੱਚ ਲਿਖਿਆ ਨਿਆਂ ਹੋਣਾ ਆ, ਤੇ ਜਾਂ ਜਿਹੜੀ ਜ਼ਿੰਦਗੀ ਮਿਲਣੀ ਆ, ਤੇ ਜਦੋਂ ਨਿਆਂ ਹੋਣਾ ਆ ਤੇ ਉਸ ਵੇਲੇ ਸਾਰਿਆਂ ਦਾ ਹਿਸਾਬ ਕੀ ਕੀਤਾ ਜਾਣਾ ਹੈ। ਸੋ ਇਹਦਾ ਮਤਲਬ ਮੌਤ ਤੋਂ ਬਾਅਦ ਕੀ ਆ, ਹਿਸਾਬ ਕੀ ਹੋਣਾ ਆ, ਨਿਆਂ ਕੀ ਹੋਣਾ ਆ, ਕਿਆਮਤ ਜਿਹੜੀ ਹੋਣੀ ਆ ਤੇ ਉਸ ਵੇਲੇ ਹਿਸਾਬ ਸਾਰਿਆਂ ਦਾ ਹੋਣਾ ਆ। ਜੇਕਰ ਜਿੰਨਾ ਚਿਰ ਹਿਸਾਬ ਨਹੀਂ ਹੁੰਦਾ ਉਨਾ ਚਿਰ ਉਹ ਪਰਸਨ ਕੀ ਆ ਵਾਪਸ ਨਹੀਂ ਆਵੇਗਾ, ਕਿਉਂਕਿ ਇਹਦਾ ਮਤਲਬ ਇਸ ਤਰ੍ਹਾਂ ਕਿਸੇ ਨੂੰ ਜੋ ਕੋਈ ਅੱਛਾ ਇਨਸਾਨ ਆ ਜਾਂ ਮਾੜਾ ਇਨਸਾਨ ਆ, ਉਹਨਾਂ ਨੂੰ ਜਦੋਂ ਜਗ੍ਹਾ ਦੇ ਦਿੱਤੀ ਜਾਂਦੀ, ਜਿੰਨਾ ਚਿਰ ਉਹਨਾਂ ਦਾ ਨਿਆਂ ਹੋਣਾ ਬਹੁਤ ਜ਼ਰੂਰੀ ਆ। ਨਿਆਂ ਹਰ ਇੱਕ ਦਾ ਹੋਣਾ ਹੈਗਾ, ਇੱਕ ਵਾਰੀ ਮਰਨਾ ਤੇ ਦੂਸਰੀ ਵਾਰ ਉਸ ਤੋਂ ਬਾਅਦ ਕੀ ਉਹਦਾ ਨਿਆਂ ਹੋਣਾ। ਭਾਵੇਂ ਤੁਸੀਂ ਚੰਗੇ ਕੰਮ ਕੀਤੇ ਆ ਉਹ ਵੀ ਨਿਆਂ ਹੋਵੇਗਾ, ਉਹਦਾ ਮਤਲਬ ਕੀ ਆ, ਤੁਹਾਨੂੰ ਚੰਗਾ ਫਲ ਮਿਲੇਗਾ। ਜੇ ਤੁਸੀਂ ਮਾੜੇ ਕੰਮ ਕੀਤੇ ਹੈਗੇ ਆ ਤੇ ਉਹਦਾ ਨਿਆਂ ਕੀ ਆ, ਤੁਹਾਨੂੰ ਮਾੜਾ ਫਲ ਮਿਲੇਗਾ। ਸੋ ਨਿਆਂ ਸਾਰਿਆਂ ਦਾ ਹੋਣਾ ਹੈ। ਹਾਲੇਲੂਇਆ। ਕਿਸੇ ਨੂੰ ਨਾ ਮਿਲਣਾ ਤੇ ਕਿਸੇ ਨੂੰ ਕੀ ਸਜ਼ਾ ਮਿਲਣੀ ਆ। ਸੋ ਇਸ ਭੁਲੇਖੇ ਦੇ ਵਿੱਚ ਨਾ ਰਹੀਏ ਕਿ ਸਾਨੂੰ ਜੇਕਰ ਕੋਈ ਆਵਾਜ਼ ਸੁਣਦੀ ਆ ਅਸੀਂ ਉਸ ਆਵਾਜ਼ ਨੂੰ ਇਹ ਸਮਝ ਲਈਏ ਕਿ ਉਹ ਪਰਸਨ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਆ ਜਾਂ ਸਾਨੂੰ ਕੋਈ ਆਵਾਜ਼ ਦੇ ਰਿਹਾ ਹੈ। ਪਰਮੇਸ਼ਵਰ ਦੇ ਆਤਮਾ ਨੂੰ ਪੁੱਛੀਏ, ਪ੍ਰਭੂ ਜੀ ਇਹ ਕਿਹੜੀ ਆਵਾਜ਼ ਹੈ ਜਿਹੜੀ ਸਾਡੇ ਨਾਲ ਗੱਲ ਕਰ ਰਹੀ ਹੈ। ਮੈਨੂੰ ਇਹ ਕੁਛ ਕਈ ਵਾਰ ਮੇਰੇ ਨਾਲ ਏਦਾਂ ਹੋਇਆ, ਉਹਨਾਂ ਲੋਕਾਂ ਦੀ ਆਵਾਜ਼ ਸੁਣੀ ਆ ਜਿਹੜੇ ਜਿਉਂਦੇ ਸੀ, ਜਿਉਂਦੇ ਹਜੇ ਵੀ ਜਿਉਂਦੇ ਧਰਤੀ ਦੇ ਉੱਤੇ, ਮੈਂ ਉਹਨਾਂ ਦੀ ਆਵਾਜ਼ ਸੁਣੀ ਹੈ। ਇਹਦਾ ਮਤਲਬ ਕੀ ਹੋ ਗਿਆ, ਉਹ ਜਿਉਂਦੇ ਬੰਦੇ ਮੇਰੇ ਨਾਲ ਗੱਲ ਕਰ ਰਹੇ ਤੇ ਉਹਨਾਂ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਮੇਰੇ ਨਾਲ ਉਹ ਗੱਲ ਕਰ ਰਿਹਾ ਜਾਂ ਮੇਰਾ ਨਾਂ ਲੈ ਰਹੇ ਹੈਗੇ ਆ। ਉਹ ਹੋ ਸਕਦਾ ਆ ਕਿ ਉਹ ਸ਼ੈਤਾਨ ਦਾ ਆਤਮਾ ਹੋਵੇ। ਸੋ ਮੈਂ ਬੜਾ ਧਿਆਨ ਨਹੀਂ ਦਿੰਦਾ, ਕਿਉਂਕਿ ਜਦੋਂ ਪ੍ਰਭੂ ਦਾ ਆਤਮਾ ਮੇਰੇ ਨਾਲ ਗੱਲ ਕਰਦਾ ਮੈਨੂੰ ਪਤਾ ਪ੍ਰਭੂ ਦਾ ਆਤਮਾ ਕਿੱਦਾਂ ਗੱਲ ਕਰਦਾ। ਇਹ ਆਵਾਜ਼ਾਂ ਵੱਲ ਮੈਂ ਕੀ ਆ ਧਿਆਨ ਨਹੀਂ ਦਿੰਦਾ। ਸੋ ਲੂਕਾ ਉਹਦਾ 16 ਅਧਿਆਇ ਉਹਦੀ 19 ਤੇ 31 ਐਚ ਜਿਹੜਾ ਜਦੋਂ ਤੁਸੀਂ ਇਸ ਸਟੋਰੀ ਨੂੰ ਪੜ੍ਹਦੇ ਆ, ਪਿਛਲੀ ਵਾਰੀ ਵੀ ਮੈਂ ਦੱਸਿਆ ਸੀਗਾ, ਇਹ ਲਾਜ਼ਰ ਦੀ ਆ ਤੇ ਇੱਕ ਅਮੀਰ ਆਦਮੀ ਆ। ਸੋ ਲਾਜ਼ਰ ਤੇ ਅਮੀਰ ਆਦਮੀ ਦੀ ਕੀ ਆ, ਜਦੋਂ ਮੌਤ ਹੋ ਜਾਂਦੀ ਆ ਤੇ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਅਮੀਰ ਆਦਮੀ ਕੀ ਕਹਿੰਦਾ ਆ, ਲਾਜ਼ਰ ਨੂੰ ਕਹਿੰਦਾ, ਇਬਰਾਹਿਮ ਨੂੰ ਕਹਿੰਦਾ ਕਿ ਤੂੰ ਲਾਜ਼ਰ ਨੂੰ ਘੱਲ। ਅਮੀਰ ਆਦਮੀ ਕਹਿੰਦਾ ਤਾਂ ਕਿ ਮੇਰੇ ਜੋ ਬਾਕੀ ਪਰਿਵਾਰ ਬਚਿਆ, ਮੇਰੇ ਭਰਾ ਆ, ਉਹਨਾਂ ਨੂੰ ਜਾ ਕੇ ਦੱਸਣ ਕਿ ਉਹ ਇਹਨਾਂ ਕੰਮਾਂ ਦੇ ਵਿੱਚ ਨਾ ਪੈਣ। ਪਰ ਇਬਰਾਹਿਮ ਜਾਂ ਆਪਾਂ ਕਹਿ ਸਕਦੇ ਹੈਗੇ ਆ ਪਰਮੇਸ਼ਰ ਵੱਲੋਂ ਇਹ ਹੁਕਮ ਨਹੀਂ ਹੁੰਦਾ ਕਿ ਕੀ ਆ ਲਾਜ਼ਰ ਕੀ ਆ ਵਾਪਸ ਧਰਤੀ ਤੇ ਜਾਵੇ। ਸੋ ਇਹ ਸਾਨੂੰ ਸਟੋਰੀ ਕੀ ਦੱਸਦੀ ਆ ਵੀ ਜਿਹੜਾ ਇੱਕ ਵਾਰੀ ਜਿਹਦੀ ਮੌਤ ਹੋ ਗਈ ਆ ਉਹ ਵਾਪਸ ਧਰਤੀ ਦੇ ਉੱਤੇ ਕੀ ਆ ਨਹੀਂ ਜਾਵੇਗਾ। ਸੋ ਜੋ ਸਾਊਲ ਆ ਜਿਹੜਾ ਇਸਰਾਏਲੀਆਂ ਦਾ ਪਹਿਲਾ ਰਾਜਾ ਸੀਗਾ, ਉਸ ਦੀ ਮੌਤ ਕਿਉਂ ਹੁੰਦੀ ਹੈਗੀ? ਉਹਦੇ ਦੋ ਕਾਰਨ ਆ। ਪਹਿਲਾ ਇਤਿਹਾਸ ਉਹਦਾ 10ਵਾਂ ਅਧਿਆਇ ਉਹਦੀ 13 ਹੈ। ਅਤੇ ਇਉਂ ਸਾਊਲ ਆਪਣੇ ਅਪਰਾਧ ਦੇ ਕਾਰਨ ਜਿਹੜਾ ਉਸਨੇ ਯਹੋਵਾ ਦੇ ਵਿਰੁੱਧ ਕੀਤਾ ਸੀ ਮਰ ਗਿਆ। ਪਾਪ ਦੀ ਮਜ਼ਦੂਰੀ ਤਾਂ ਕੀ ਆ? ਮੌਤ ਆ। ਪਰ ਪਰਮੇਸ਼ਵਰ ਦੀ ਬਖਸ਼ਿਸ਼ ਸਾਡੇ ਯਿਸੂ ਮਸੀਹ ਦੇ ਵਿੱਚ ਕੀ ਆ? ਸਦਾ ਦਾ ਜੀਵਨ ਆ, ਸਦਾ ਦੀ ਕੀ ਆ? ਜ਼ਿੰਦਗੀ ਆ। ਇਉਂ ਸਾਊਲ ਆਪਣੇ ਅਪਰਾਧ ਦੇ ਕਾਰਨ ਜਿਹੜਾ ਉਸਨੇ ਯਹੋਵਾ ਦੇ ਵਿਰੁੱਧ ਕੀਤਾ ਸੀ ਮਰ ਗਿਆ, ਅਰਥਾਤ ਯਹੋਵਾ ਦੀ ਬਾਣੀ ਦੇ ਕਾਰਨ ਜਿਹੜੀ ਉਸਨੇ ਨਾ ਮੰਨੀ। ਸੋ ਪਰਮੇਸ਼ਵਰ ਦਾ ਬਚਨ ਨਾ ਮੰਨਣ ਦੇ ਕਾਰਨ ਵੀ ਕੀ ਆਉਂਦੀ ਆ? ਮੌਤ ਆਉਂਦੀ ਹੈ। ਯਿਸੂ ਮਸੀਹ ਨੇ ਕਿਹਾ ਨਹੀਂ ਹੈ ਮੇਰੇ ਜੋ ਸ਼ਬਦ ਆ ਇਹ ਕੀ ਆ? ਜ਼ਿੰਦਗੀ ਆ।
पर जेकर तुसीं उह शब्दां नूं नहीं मानदे फिर इहदा मतलब है कि मौत आ जाती है। अर्थात यहोवा दी बाणी जो परमेश्वर दा वचन किया सौल ने किया नहीं मन्निया, जिहड़ी उसने ना मन्नी, और इसलिए भी जो उसने एक भूत मित्र तो भूतां दा जो मित्र सी नेड़ी तो सलाह मशवरा पुछया सी। किहदे कोल गया सीगा वो? भूतां दे नाल जो जिन्हां दी जारी दोस्ती सी उन्हां को जाके वो सलाह लैण चला गया। कई बारी हुंदा नहीं, चलो पुछां ले लो जी, कोई गल नहीं जी, हत्थ देख लो, हत्थ दिखा लो, आपां इहनूं कई बारी मैं कही देखी, कोई गल नहीं जी, वैसे हैरिस को की कहते हैं, मैं तो कई लफ्ज भी नहीं आते कि वो पेपर के उत्ते आता है, चलो असीं अपना देख लें साडा इन्ने दा जन्म है ते साडा किहड़ा बनदा किहड़ा जानवर है ते इहदे हिसाब नाल साडा की किस तरह साडा महीना लंघना हैगा। इन्हां चीज़ां दे विच की आ पैंदे आ, है ना। सो इन्हां चीज़ां दे विच की आ ना पईए, क्योंकि जेकर तुसीं इन्हां चीज़ां च पाओगे तां उस दा फल की आ तुहानूं मिलेगा। इत्थे असीं की देखदे आ, सैमुअल ਉਹਦਾ 28 ਦੇ ਆਏ तो ਉਹਦੀ 9 ਹੈ, तद उसने तीमी ਨੂੰ ਆਖਿਆ, ਵੇਖ ਤੂੰ ਜਾਣਦਾ ਹੈ ਬਈ ਸਾਊਲ ਨੇ ਕੀ ਕੀਤਾ। सो तीमी ਨੂੰ ਪਤਾ ਨਹੀਂ ਆ ਵੀ ਇਹ ਜੋ ਬੰਦਾ ਮੇਰੇ ਕੋਲ ਆਇਆ ਇਹ ਕੀ ਆ, ਰਾਜਾ ਆ, ਜਿਸ ਨੇ ਪਹਿਲਾਂ ਬਹੁਤ ਸਾਰੇ ਜਾਦੂਗਰਾਂ ਨੂੰ, ਭੂਤਨਿਆਂ ਦੇ ਜਾਰਾਂ ਨੂੰ, ਦਿਆਂ ਦੇ ਜਾਰਾਂ ਨੂੰ ਕੀਆ, ਉਹਨਾਂ ਨੂੰ ਕੀਆ ਮਾਰ ਦਿੱਤਾ ਆ, ਖਤਮ ਕਰਤਾ ਤੇ ਭਜਾਤਾ ਆ। ਵੀ ਉਹ ਕਹਿੰਦੀ ਵੀ ਤੂੰ ਜਾਣਦਾ ਨਹੀਂਗਾ ਵੀ ਸਾਊਲ ਰਾਜਾ ਕਿਦਾਂ ਦਾ, ਕਿਉਂਕਿ ਉਹਨੇ ਉਹਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓ ਜਾਰਾਂ ਨੂੰ ਦੇਸ਼ ਵਿੱਚੋਂ ਮੁਕਾ ਛੱਡਿਆ, ਉਸਨੇ ਕੀਆ ਖਤਮ ਕਰਤਾ ਆ। ਇਹ ਵੀ ਲੋਕੇ ਰਹਿੰਦੇ ਸੀਗੇ। ਫਿਰ ਤੂੰ ਮੇਰੀ ਜਿੰਦ ਕਾਹਨੂੰ ਫਸਾਉਂਦਾ ਆ, ਜੋ ਮੈਨੂੰ ਮਰਵਾ ਸੁੱਟੇ, ਮੈਨੂੰ ਕੀਆ ਤੂੰ ਮਰਵਾ ਸੁੱਟੇ। ਤਦ ਸਾਊਲ ਨੇ ਯਹੋਵਾ ਦੀ ਸਹੁੰ ਚੁੱਕ ਕੇ ਆਖਿਆ ਵੀ ਜੂਦੇ ਯਹੋਵਾ ਦੀ ਸਹੁੰ, ਇਹ ਗੱਲ ਦਾ ਤੈਨੂੰ ਕੁਝ ਦੰਡ ਨਾ ਮਿਲੇਗਾ। ਤਦ ਉਹ ਤੀਵੀਂ ਬੋਲੀ, ਮੈਂ ਤੇਰੇ ਲਈ ਕਿਸ ਨੂੰ ਮੰਗਾਵਾਂ? ਉਹ ਬੋਲਿਆ, ਮੇਰੇ ਲਈ ਸੈਮੂਅਲ ਨੂੰ ਮੰਗਾ। ਇੱਥੇ ਸੋਚਣ ਵਾਲੀ ਗੱਲ ਆ ਕਿ ਭੂਤ ਪ੍ਰੇਤ ਕੱਢਣ ਵਾਲਿਆਂ 'ਚ ਵੀ ਇੰਨੀ ਤਾਕਤ ਹੋ ਗਈ ਆ ਕਿ ਉਹ ਪਰਮੇਸ਼ਵਰ ਦੇ ਬੰਦਿਆਂ ਨੂੰ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਸੱਦ ਲਵੇ, ਜਦ ਕਿ ਉਹ ਸਟੋਰੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਖੁਦ ਪਰਮੇਸ਼ਵਰ ਕੀ ਆ ਉਸ ਆਤਮਾ ਨੂੰ, ਲਾਜ਼ਰ ਦੀ ਆਤਮਾ ਨੂੰ ਵਾਪਸ ਨਹੀਂ ਸੀ ਕਰਨਾ ਚਾਹੁੰਦਾ, ਪਰ ਇੱਕ ਜਾਦੂਗਰ, ਇੱਕ ਭੂਤ ਕੱਢਣ ਵਾਲਾ ਕੀ ਆ ਪਰਮੇਸ਼ਵਰ ਦੇ ਲੋਕਾਂ ਨੂੰ ਕੀ ਆ ਸੱਦ ਸਕਦਾ ਹੋਵੇ। ਸੋ ਇਸ ਨੂੰ ਆਪਾਂ ਅੱਗੇ ਪੜਾਂਗੇ, ਦੇਖਦੇ ਹਾਂ। ਬਹੁਤ ਹੀ ਇੰਟਰਸਟਿੰਗ ਸਟੋਰੀ ਹੈ, ਇਹ ਤੋਂ ਸਿੱਖਣ ਲਈ ਸਾਨੂੰ ਬਹੁਤ ਕੁਝ ਮਿਲੇਗਾ। ਜਿਸ ਵੇਲੇ ਉਹ ਤੀਵੀਂ ਨੇ ਸੈਮੂਅਲ ਨੂੰ ਡਿਠਾ ਤਾਂ ਉੱਚੀ ਆਵਾਜ਼ ਨਾਲ ਚਲਾਈ ਅਤੇ ਉਸ ਤੀਵੀਂ ਨੇ ਸਾਊਲ ਨੂੰ ਆਖਿਆ, ਤੁਸਾਂ ਮੇਰੇ ਨਾਲ ਛਲ ਕੀਤਾ, ਕਿਉਂ ਜੋ ਸਾਊਲ ਤਾਂ ਤੁਸੀਂ ਹੀ ਹੋ। ਕਿਉਂਕਿ ਉਹ ਅਕਸਰ ਨੂੰ ਕੁਛ ਤਾਂ ਜਾਦੂ ਟੂਣਾ ਸੀਗਾ, ਉਹਦੇ ਕੋਲ ਸ਼ਕਤੀ ਸੀਗੀ ਉਸ ਔਰਤ ਦੇ ਕੋਲ, ਪਰ ਉਹ ਕੀ ਆ ਦੇਖਦੀ ਆ, ਕਿਸੇ ਆਤਮਾ ਨੂੰ ਦੇਖਦੀ ਆ। तद पातशाह ने आख्या, घबरा ना, तैं की डिठा? उस तीवी ने सौल नूं आख्या, मैं एक द्योते नूं धरती विचों चढ़दा वेख्या है। तद ओहने उस नूं आख्या, ओहदी डौल दस। ओह बोली, एक बुढ़ा मनुख उतां आउंदा है अते चादर नाल ढकिया होया है। तद सौल ने जाता, जो ओह सैमुअल है, ਅਤੇ ਉਹਨੇ ਮੂੰਹ ਭਰ ਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਸੌਲ ਕੀਆ ਸੈਮੂਅਲ ਦਾ ਜਿਹੜਾ ਆਤਮਾ ਜਿਹੜਾ ਅੱਧਾ ਔਰਤ ਨੇ ਦੱਸਿਆ ਸੀ ਉਹਦੇ ਅੱਗੇ ਕੀਆ ਝੁਕ ਗਿਆ। ਇਹ ਕਿੰਨੀ ਗਰੰਟੀ ਆ ਕਿ ਉਹ ਸੈਮੂਅਲ ਸੀਗਾ, ਪਰ ਜੇ ਸੈਮੂਅਲ ਵੀ ਸੀਗਾ ਤੇ ਉਸ ਨੂੰ ਉਹਦੇ ਅੱਗੇ ਝੁਕਣਾ ਚਾਹੀਦਾ ਸੀਗਾ, ਨਹੀਂ ਕਿ ਝੁਕਣਾ ਚਾਹੀਦਾ ਸੀਗਾ। ਸੋ ਇੱਥੇ ਕਿੰਨੀ ਸਟੋਰੀ ਦੇ ਵਿੱਚ ਸਾਨੂੰ ਕਿੰਨੀਆਂ ਗਲਤੀਆਂ ਇੱਕ ਮਿਲ ਰਹੀਆਂ ਆ ਵੀ ਇੱਥੇ ਕਿਸ ਤਰ੍ਹਾਂ ਸ਼ੈਤਾਨ ਦਾ ਕੰਮ ਹੋ ਰਿਹਾ ਆ ਕਿ ਉਹ ਰਾਜਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਸ਼ੈਤਾਨ ਦੇ ਹੱਥਾਂ 'ਚ ਕੀਆ ਦੇ ਰਿਹਾ ਆ, ਅੱਗੇ ਤੋਂ ਅੱਗੇ ਵੱਧ ਰਿਹਾ ਆ। ਤੇ ਉਹ ਇੱਕ ਜਾਦੂਗਰ ਨੇ ਉਹਨੂੰ ਕਹਿ ਰਿਹਾ ਹੈਗਾ ਪਰਮੇਸ਼ਵਰ ਦੇ ਦਾਸ ਨੂੰ ਦੇ ਆਤਮਾ ਨੂੰ ਕੀਆ ਸੱਦ। ਤੇ ਉਸ ਤੋਂ ਬਾਅਦ ਉਹਨੇ ਆਪ ਕੀਆ ਸੈਮੂਅਲ ਦੀ ਆਤਮਾ ਨੂੰ ਨਹੀਂ ਦੇਖਿਆ, ਪਰ ਉਹ ਜਾਦੂਗਰ ਨਹੀਂ ਦੱਸ ਰਹੀ ਹੈ ਵੀ ਇਸ ਤਰ੍ਹਾਂ ਦਾ ਪਰਸਨ ਆ। ਫਿਰ ਉਹ ਮੰਨ ਲੈਂਦਾ ਆ ਕਿ ਜੇਕਰ ਇਦਾਂ ਦਾ ਆ ਤੇ ਫਿਰ ਸੈਮੂਅਲ ਹੀ ਹੋਣਾ ਹੈ। ਦੇਖੋ ਕਿੰਨਾ ਧੋਖੇ ਦੇ ਵਿੱਚ ਆ। ਹਾਲੇਲੂਇਆ। ਇਸੇ ਕਾਰਨ ਬਾਈਬਲ ਦੇ ਵਿੱਚ ਲਿਖਿਆ, ਧੋਖਾ ਨਾ ਖਾਓ, ਪਰਮੇਸ਼ਵਰ ਮਜ਼ਾਕ ਦੇ ਵਿੱਚ ਕੀਆ ਨਹੀਂ ਉਡਾਉਂਦਾ, ਕਿ ਜੋ ਇਨਸਾਨ ਬੀਜਦਾ ਉਹੀ ਕੀਆ ਵੱਢੇਗਾ। ਤੇ ਫਿਰ ਜਦੋਂ ਇਹ ਚੀਜ਼ਾਂ ਹੁੰਦੀਆਂ ਆ ਤੇ ਇਸ ਤਰ੍ਹਾਂ ਹੁੰਦਾ ਆ ਤਾਂ ਫਿਰ ਜਿਹੜਾ ਸੈਮੂਅਲ ਦਾ ਜਿਹੜਾ ਆਤਮਾ ਬਣ ਕੇ ਆਉਂਦਾ ਜਾਂ ਸੈਮੂਅਲ ਦਾ ਆਤਮਾ ਆ ਉਹ ਬੋਲਦਾ ਆ ਕਿ ਸਾਊਲ ਨੂੰ ਕਹਿੰਦਾ ਕਿ ਤੂੰ ਪਰਮੇਸ਼ਵਰ ਦੇ ਬਚਨ ਨੂੰ ਨਹੀਂ ਮੰਨਿਆ, ਜੋ ਪਰਮੇਸ਼ਵਰ ਨੇ ਤੈਨੂੰ ਕਿਹਾ ਸੀ ਤੂੰ ਨਹੀਂ ਮੰਨਿਆ, ਇਸ ਕਾਰਨ ਤੇਰੀ ਮੌਤ ਕੀਆ ਹੋ ਜਾਵੇਗੀ। ਤੂੰ ਫਲਸਤੀਨੀਆਂ ਦੇ ਦੁਆਰਾ ਤੇਰੀ ਮੌਤ ਕੀਆ ਹੋਵੇਗੀ, ਫਲਸਤੀਨੀਆਂ ਦੇ ਹੱਥੋਂ ਤੂੰ ਤੇਰਾ ਪਰਿਵਾਰ ਕੀਆ ਮਾਰਿਆ ਜਾਵੇਗਾ, ਤੇਰੇ ਲੜਕੇ ਕੀਆ ਮਾਰੇ ਜਾਣਗੇ।
ਸੋ ਇੱਥੇ ਦੇਖਦੇ ਹਾਂ ਕਿ ਉਹ ਪ੍ਰੋਫੈਸੀ ਹੁੰਦੀ ਉੱਤੇ, ਪਰ ਜਦੋਂ ਪ੍ਰੋਫੈਸੀ ਹੁੰਦੀ ਆ, ਜੇ ਉਹਨੂੰ ਪਤਾ ਆ ਮੇਰੇ ਤੇ ਪ੍ਰੋਫੈਸੀ ਹੋਈ, ਮੈਂ ਮਾਰਿਆ ਜਾਣਾ, ਭਾਵੇਂ ਸੱਚੀ ਆ ਭਾਵੇਂ ਝੂਠੀ ਆ, ਉਸ ਨੂੰ ਉੱਥੇ ਗਿਆ ਜਾਣਾ ਨਹੀਂ ਚਾਹੀਦਾ ਸੀ। ਪਰ ਫਿਰ ਵੀ ਉੱਥੇ ਗਿਆ ਤੇ ਉੱਥੇ ਕੀ ਆ, ਉਹਦਾ ਪਰਿਵਾਰ, ਉਹਦੇ ਬੱਚੇ ਮਾਰੇ ਗਏ, ਪਰ ਆਪਣੇ ਆਪ ਨੂੰ ਉਹ ਖੁਦ ਕੀ ਆ ਖਤਮ ਕਰ ਲੈਂਦਾ, ਤਲਵਾਰ ਲੈਂਦਾ, ਤਲਵਾਰ ਲੈ ਕੇ ਉਹਦੇ ਉੱਤੇ ਕੀ ਡਿੱਗ ਪੈਂਦਾ ਤੇ ਆਪਣੇ ਆਪ ਨੂੰ ਕੀ ਖਤਮ ਕਰ ਲੈਂਦਾ ਆ। ਸੋ ਉਸਨੇ ਦੋ ਅਪਰਾਧ ਕੀਤੇ, ਇੱਕ ਤਾਂ ਜਾਦੂਗਰਾਂ ਕੋਲ ਗਿਆ, ਇਸ ਕਾਰਨ ਵੀ ਕੀ ਆ ਉਹਦੀ ਕੀ ਆ ਮੌਤ ਹੋਈ, ਉਹਦਾ ਕੀ ਆ ਨਾਸ਼ ਹੋਇਆ। ਤੇ ਪਹਿਲਾ ਕਾਰਨ ਕੀ ਸੀਗਾ, ਉਹਨੇ ਪਰਮੇਸ਼ਰ ਦੇ ਬਚਨ ਨੂੰ ਕੀ ਆ ਨਹੀਂ ਮੰਨਿਆ। ਸੋ ਜਾਦੂਗਰਾਂ ਦੇ ਕੋਲ ਨਾ ਜਾਈਏ, ਚੇਲਿਆਂ ਭੂਤਨੀਆਂ ਕਰਨ ਵਾਲਿਆਂ ਦੇ ਕੋਲ ਨਾ ਜਾਈਏ, ਤਾਂ ਕਿ ਇਹ ਨਾ ਹੋਵੇ ਕਿ ਤੁਹਾਡਾ ਕੀ ਹੋ ਜਾਵੇ, ਸ਼ੈਤਾਨ ਤੁਹਾਡਾ ਕੀ ਕਰ ਦੇਵੇ, ਨਾਸ਼ ਕਰ ਦੇਵੇ। ਹਾਲੇਲੂਇਆ, ਥੈਂਕ ਯੂ ਲਾਰਡ, ਥੈਂਕ ਯੂ ਜੀਸਸ, ਗਲੋਰੀ ਟੂ ਗॉड। ਸੋ ਕਲੀਸਿਆ ਦੇ ਜਿਹੜੇ ਲੋਕ ਆ, ਜਿਹੜੇ ਪਰਮੇਸ਼ਵਰ ਦੇ ਲੋਕ ਆ, ਉਹਨਾਂ ਦੀਆਂ ਨਿਸ਼ਾਨੀਆਂ ਕੀ ਆ? ਕਲੀਸਿਆ ਦੇ ਮੈਂਬਰਾਂ ਦੀਆਂ ਨਿਸ਼ਾਨੀਆਂ ਜਿਹੜੇ ਮੂਰਖਤਾ ਨਾਲ ਚੱਲਦੇ ਆ, ਹਾਂਜੀ, ਉਹਨਾਂ ਦੀਆਂ ਨਿਸ਼ਾਨੀਆਂ ਕੀ ਆ? ਹੁਣ ਇਹਦਾ ਮਤਲਬ ਆ ਜੋ ਪਰਮੇਸ਼ਵਰ ਦੇ ਬਚਨ ਤੇ ਨਹੀਂ ਚੱਲਦੇ ਜਾਂ ਜਾਦੂ ਟੂਣੇ ਵਾਲਿਆਂ ਕੋਲ ਜਾਂਦੇ, ਉਹਨਾਂ ਦੀਆਂ ਨਿਸ਼ਾਨੀਆਂ ਕਹਿ ਸਕਦੇ ਹੈਗੇ ਆ। ਮੈਂ ਕੁਝ ਦੱਸਾਂਗਾ। ਜਿਹੜੇ ਯਿਸੂ ਨੂੰ ਦੂਸਰੇ ਨੰਬਰ ਤੇ ਰੱਖਦੇ ਹਨ, ਆਪਣੇ ਕੰਮ ਧੰਦੇ ਨੂੰ ਪਹਿਲੇ ਨੰਬਰ ਤੇ ਰੱਖਦੇ ਆ, ਕਿਉਂਕਿ ਕੋਈ ਗੱਲ ਨਹੀਂ, ਰੱਬ ਨੂੰ ਤਾਂ ਬਾਅਦ ਚ ਹੀ ਮੰਨਿਆ ਜਾ ਸਕਦਾ, ਪਹਿਲਾਂ ਕੀ ਆ, ਪੈਸਾ। कहते नहीं, ईसा पीर नमी मूसा पीर, सबसे बड़ा है पैसा पीर, है ना? ये सॉन्ग है, मैं इस चीज नहीं मानता। पर किया रब नूं किया पहले नंबर ते नहीं रखते, पर अपने काम धंधे नूं किया पहले नंबर ते किया रखते हैं। सो दूसरा जिहड़ा पॉइंट हैगा आ, जो अपने विश्वास नूं अपने हालातां अते दोस्तां करके समझौता करदे आ। सो तुसीं विश्वास करदे आ रब ते, पर जदों कोई यार दोस्त आउंदा हैगा आ, फिर तुसीं उहनां दे नाल रल जांदे, है ना? जां तुहाडे कुछ तुहाडे ते तंगी आउंदी आ, फिर तुसीं कहदे ने कोई गल नहीं, हुण असीं रब दा वचन ना भी मन्नीए ते कोई गल नहीं, ते की होया। तो कद लई क्यों करदे आ? तां कि असीं अपने आले दुआले दे लोकां नूं की आ खुश रखीए, तां कि सानूं नुकसान की आ ना होवे। सो तीसरा पॉइंट आया, ਜਿਹੜੇ ਪਾਪ ਨਾਲ ਖੇਡਦੇ ਹਨ, ਜਦੋਂ ਬੁਰਾਈ ਦੇ ਵਿੱਚ ਚੱਲਦੇ ਆ, ਬੁਰਾਈ ਦੇ ਨਾਲ ਖੇਡਦੇ ਆ, ਤੇ ਉਹ ਵੀ ਕੀ ਆ, ਸਾਨੂੰ ਪਤਾ ਲੱਗਦਾ ਆ ਕਿ ਇਹ ਮਸੀਹਤ ਨਹੀਂ ਹੈਗੀ, ਇਹ ਮੂਰਖਤਾ ਹੀ ਆ। ਜਿਹੜੇ ਪ੍ਰਚਾਰ ਕੁਛ ਕਰਦੇ ਆ ਅਤੇ ਕਰਦੇ ਕੁਛ ਹਨ। ਸੋ ਜ਼ਿੰਦਗੀ ਜਿਹੜੀ ਹੈਗੀ ਆ, ਪ੍ਰਚਾਰ ਕਰਨਾ ਸੌਖਾ ਆ, ਪਰ ਉਹਨਾਂ ਦੀ ਜ਼ਿੰਦਗੀ ਜੀਣੀ ਮੁਸ਼ਕਿਲ ਆ। ਸੋ ਜੇ ਅਸੀਂ ਪ੍ਰਚਾਰ ਕਰਦੇ ਆ ਤੇ ਜੋ ਅਸੀਂ ਬੋਲਦੇ ਆ, ਉਹ ਅਸੀਂ ਖੁਦ ਵੀ ਕੀ ਆ ਕਰਨਾ ਆ। ਜਿਹੜੇ ਪੰਜਵਾਂ ਨੰਬਰ ਹੈ, ਜਿਹੜੇ ਦੂਸਰਿਆਂ ਦੇ ਬਾਰੇ ਪਿੱਠ ਪਿੱਛੇ ਬੁਰਾ ਬੋਲਦੇ ਅਤੇ ਉਹਨਾਂ ਦਾ ਬੁਰਾ ਕਰਦੇ ਆ। ਉਹਨਾਂ ਦੇ ਕੀ ਆ, ਬੁਰਾ ਵੀ ਬੋਲਦੇ ਆ, ਪਰ ਉਹਨਾਂ ਦੇ ਨਾਲ ਕੀ ਆ, ਬੁਰਾ ਵੀ ਕੀ ਆ ਕਰਦੇ। ਉਹਨਾਂ ਲਈ ਪਲਾਨ ਕਰਦੇ ਆ ਕਿ ਇਹਨਾਂ ਦਾ ਬੁਰਾ ਕਿਸ ਤਰ੍ਹਾਂ ਹੋਵੇ, ਤੇ ਉਹ ਵੀ ਕੀ ਆ, ਪਰਮੇਸ਼ਵਰ ਤੋਂ ਨਹੀਂ ਹਨ, ਬਲਕਿ ਉਹ ਮੂਰਖਤਾਈ ਤੋਂ, ਕਿਉਂਕਿ ਉਹ ਮੂਰਖਤਾਈ ਇੱਕ ਦਿਨ ਉਹਨਾਂ ਦਾ ਹੀ ਨਾਸ਼ ਕੀਆ ਕਰ ਦੇਵੇਗੀ। ਕਿਉਂਕਿ ਜਦੋਂ ਟੋਇਆ ਤੁਸੀਂ ਕਿਸੇ ਲਈ ਪੁੱਟੋਗੇ ਤੇ ਉਸ ਦੇ ਵਿੱਚ ਖੁਦ ਕੀ ਆ, ਤੁਸੀਂ ਡਿਗੋਗੇ। ਜਿਹੜੇ ਆਪਣੇ ਗੁਨਾਹਗਾਰ ਹਨ, ਜਿਹੜੇ ਆਪ ਗੁਨਾਹਗਾਰ ਹਨ, ਪਰੰਤੂ ਦੂਸਰਿਆਂ ਉੱਤੇ ਦੋਸ਼ ਲਾਉਂਦੇ ਹਨ, ਉਹੀ ਗਲਤੀ ਅਸੀਂ ਕਰਦੇ, ਪਰ ਉਂਗਲੀ ਸਾਡੀ ਦੂਸਰਿਆਂ ਵੱਲ ਹੈ। ਜਿਸ ਤਰ੍ਹਾਂ ਕਈ ਵਾਰੀ ਸਿਆਣੇ ਨੇ ਗੱਲਾਂ ਕਹੀਆਂ ਕਿ ਤੁਸੀਂ ਇੱਕ ਉਂਗਲੀ ਦੂਸਰੇ ਵੱਲ ਕਰਦੇ, ਤਿੰਨ ਉਂਗਲੀਆਂ ਜਿਹੜੀਆਂ ਹੈਗੀਆਂ ਤੁਹਾਡੇ ਵੱਲ ਆਪਣੇ ਵੱਲ ਹੁੰਦੀਆਂ ਆ। ਪਰ ਕੀ ਆ, ਉਹ ਲੋਕ ਦੂਸਰਿਆਂ ਤੇ ਦੋਸ਼ ਲਾਉਂਦੇ ਆ, ਪਰ ਆਪਣੇ ਆਪ ਨੂੰ ਕੀ ਆ, ਧਰਮੀ ਦਰਸਾਉਂਦੇ ਆ, ਬਲਕਿ ਆਪ ਖੁਦ ਉਹ ਕੀ ਆ, ਗੁਨਾਹਗਾਰ ਆ। ਸੋ ਪਰਮੇਸ਼ਵਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਮੂਰਖਤਾਈ ਨਾ ਕਰੀਏ, ਮੂਰਖਤਾਈ ਦੇ ਵਿੱਚ ਕੀ ਆ ਨਾ ਰਹੀਏ, ਆਪਣੇ ਆਪ ਨੂੰ ਸਮਝਦਾਰ ਕੀ ਆ ਬਣਾਈਏ। ਸੋ ਸਾਨੂੰ ਅਸੀਂ ਕੀ ਸਿੱਖਣਾ ਹੈ? ਕੋਈ ਦੁੱਖ ਮੁਸੀਬਤ ਆ ਜਾਂਦੀ ਆ, ਕੋਈ ਸਾਡੇ ਤੇ ਤੰਗੀਆਂ ਆ ਜਾਂਦੀਆਂ ਆ, ਉਸ ਵੇਲੇ ਆਪਣਾ ਸਬਰ ਨਾ ਹਾਰੀਏ। ਸੌਲ ਰਾਜਾ ਕੀ ਆ, ਐਕਸਕਿਊਜ਼ ਮੀ, ਸੌਲ ਰਾਜੇ ਤੇ ਉਹਨੇ ਗਲਤੀ ਕਰ ਲਈ ਤਾਂ ਉਹ ਪ੍ਰਭੂ ਦੇ ਕੋਲ ਕੀ ਆ ਨਹੀਂ ਗਿਆ। ਜੇ ਤੁਹਾਡੇ ਤੋਂ ਗਲਤੀ ਹੋ ਜਾਂਦੀ ਹੈ, ਕਿਹਦੇ ਕੋਲ ਜਾਈਏ? ਪਰਮੇਸ਼ਵਰ ਦੇ ਕੋਲ ਜਾਈਏ। ਦਾਊਦ ਦੇ ਵਿੱਚ, ਦਾਊਦ ਨੇ ਸੌਲ ਦੇ ਨਾਲੋਂ ਵੀ ਜ਼ਿਆਦਾ ਗਲਤੀਆਂ ਕੀਤੀਆਂ, ਪਾਪ ਕੀਤੇ, ਪਰ ਉਹ ਹਮੇਸ਼ਾ ਪਰਮੇਸ਼ਵਰ ਦੇ ਅੱਗੇ ਕੀ ਆ ਝੁਕਿਆ। ਉਸਨੇ ਹਮੇਸ਼ਾ ਕੀ ਆ ਮਾਫੀ ਮੰਗੀ
ਤੇ ਪਰਮੇਸ਼ਵਰ ਤੁਹਾਨੂੰ ਵੀ ਚਾਹੁੰਦਾ ਆ, ਸਾਨੂੰ ਵੀ ਚਾਹੁੰਦਾ ਆ ਕਿ ਸਾਡੇ ਤੋਂ ਗਲਤੀ ਹੁੰਦੀ ਆ ਤੇ ਅਸੀਂ ਪਰਮੇਸ਼ਵਰ ਦੇ ਕੋਲੋਂ ਕੀ ਮੰਗੀਏ, ਮਾਫੀ ਮੰਗੀਏ, ਉਹਦੇ ਅੱਗੇ ਝੁਕ ਜਾਈਏ। ਪਰ ਸਾਊਲ ਕੀ ਆ, ਉਹ ਪਰਮੇਸ਼ਵਰ ਦੇ ਕੋਲ ਨਹੀਂ ਗਿਆ, ਉਹ ਗਲਤੀਆਂ ਤੇ ਗਲਤੀਆਂ ਕਰਦਾ ਗਿਆ ਤੇ ਉਹ ਕੀ ਗਿਆ, ਇੱਕ ਜਾਦੂਗਰਨੀ ਕੋ ਆਖਿਰ ਦੇ ਵਿੱਚ ਚਲ ਗਿਆ ਤੇ ਉੱਥੇ ਜੋ ਉਸਨੇ ਦੱਸਿਆ ਕਿ ਆ ਇੱਕ ਸੈਮੂਅਲ ਵਰਗਾ ਆਤਮਾ ਆ ਜਿਹੜਾ ਮੇਰੇ ਅੱਗੇ ਆ ਤੇ ਜਿਹੜਾ ਥੱਲਿਓਂ ਆਇਆ ਆ ਤੇ ਉਹ ਉਹਦੇ ਅੱਗੇ ਕੀ ਆ, ਝੁਕ ਜਾਂਦਾ ਆ। ਪਰ ਪਰਮੇਸ਼ਵਰ ਸਾਨੂੰ ਕੀ ਦੱਸਦਾ ਆ, ਅਸੀਂ ਪਰਮੇਸ਼ਵਰ ਦੇ ਕੋਲ ਜਾਈਏ। ਪਰਮੇਸ਼ਵਰ ਦਾ ਬਚਨ ਸਾਨੂੰ ਕਹਿੰਦਾ ਅਸੀਂ ਸਬਰ ਰੱਖੀਏ। ਇਹ ਨਾ ਹੋਈ ਕਿ ਤੁਹਾਡੇ ਤੇ ਕੋਈ ਮੁਸੀਬਤ ਆਈ ਆ, ਮੈਂ ਤੁਹਾਨੂੰ ਦੱਸਦਾ ਕੋਈ ਵੀ ਮੁਸੀਬਤ ਆਵੇ ਤਾਂ ਤੁਹਾਡਾ ਨਾਸ਼ ਨਹੀਂ ਕਰ ਸਕਦੀ, ਪਰ ਸਬਰ ਰੱਖੀਏ ਤੇ ਸਬਰ ਦੀ ਲੜਾਈ ਲੜੀਏ। ਹਾਲੇਲੂਇਆ। ਹਥਿਆਰ ਨਾ ਸਿੱਟੀਏ। ਅਸੀਂ ਕੀ ਆ, ਧਰਮ ਦੀ ਲੜਾਈ ਲੜਦੇ ਹੈਗੇ ਆ, ਅਸੀਂ ਵਿਸ਼ਵਾਸ ਦੀ ਲੜਾਈ ਲੜਦੇ ਹੈਗੇ ਆ। ਅਸੀਂ ਕਦੀ ਵੀ ਆਪਣੇ ਹਥਿਆਰ ਕੀ ਆ ਥੱਲੇ ਨਹੀਂ ਛੱਡਦੇ। ਅਸੀਂ ਕੀ ਆ ਇਸ ਤਰ੍ਹਾਂ ਖੜੇ ਰਵਾਂਗੇ ਕਿ ਕੋਈ ਵੀ ਤੂਫਾਨ ਸਾਡੇ ਤੇ ਆਵੇ ਤੇ ਉਹਦਾ ਅਸੀਂ ਕੀ ਕਰਾਂਗੇ, ਮੁਕਾਬਲਾ ਕਰਾਂਗੇ। ਯਿਸੂ ਮਸੀਹ ਨੇ ਸਾਨੂੰ ਕਮਜ਼ੋਰ ਨਹੀਂ, ਬਲਕਿ ਯਿਸੂ ਮਸੀਹ ਨੇ ਸਾਨੂੰ ਤਾਕਤਵਰ ਕੀ ਆ ਬਣਾਇਆ। ਅਸੀਂ ਸੌਲ ਦੇ ਵਾਂਗ ਕਮਜ਼ੋਰ ਨਹੀਂ ਹੈਗੇ, ਬਲਕਿ ਅਸੀਂ ਕੀ ਆ ਦਾਊਦ ਦੇ ਵਾਂਗ ਕੀ ਆ ਤਾਕਤਵਰ ਬਣਨਾ। ਉਹਨੇ ਗੁਨਾਹ ਵੀ ਕੀਤਾ ਪਰ ਫਿਰ ਵੀ ਉਹਦੇ ਚ ਇੰਨੀ ਤਾਕਤ ਸੀਗੀ ਕਿ ਉਹ ਆਪਣੀ ਗਲਤੀ ਨੂੰ ਕੀ ਆ ਪਰਮੇਸ਼ਵਰ ਦੇ ਅੱਗੇ ਮੰਨ ਸਕੇ। ਤਾਕਤ ਇਹ ਨਹੀਂ ਹੈਗੀ ਕਿ ਤੁਸੀਂ ਗਲਤੀ ਨਹੀਂ ਕਰ ਸਕਦੇ, ਤਾਕਤ ਇਹ ਹੈ ਕਿ ਤੁਸੀਂ ਗਲਤੀ ਨੂੰ ਮੰਨ ਕੇ ਆਪਣੇ ਸਿਰ ਨੂੰ ਪਰਮੇਸ਼ਵਰ ਦੇ ਅੱਗੇ ਝੁਕਾ ਕੇ ਮਾਫੀ ਮੰਗ ਕੇ ਆਪਣੇ ਆਪ ਨੂੰ ਪਵਿੱਤਰ ਕਰ ਲਓ। ਹਾਲੇਲੂਇਆ। ਇਸ ਤਰ੍ਹਾਂ ਦੇ ਸੀਗੀ ਆ ਬਣਨਾ ਆ। ਯਸ਼ਾਇਆ ਉਹਦਾ 40 ਅਧਿਆਏ ਤੇ ਉਹਦੀ 31 ਚ ਲਿਖਿਆ, ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਭਾਵੇਂ ਤੁਸੀਂ ਕਮਜ਼ੋਰ ਹੋ ਜਾਂਦੇ ਆ ਪਰ ਪਰਮੇਸ਼ਵਰ ਦੇ ਅੱਗੇ ਝੁਕ ਜਾਈਏ, ਉਹਦੀ ਮਾਫੀ ਨੂੰ ਉਡੀਕੀਏ, ਉਹਦੇ ਸਬਰ ਨੂੰ ਉਡੀਕੀਏ, ਉਹਦੀ ਕਿਰਪਾ ਨੂੰ ਉਡੀਕੀਏ। ਜਦੋਂ ਤੁਸੀਂ ਇਸ ਤਰ੍ਹਾਂ ਉਡੀਕੋਗੇ ਤਾਂ ਤੁਸੀਂ ਕੀ ਆ, ਨਵੇਂ ਸਿਰਿਓਂ ਬਲ ਪਾਓਗੇ। ਤੁਸੀਂ ਤਾਕਤ, ਨਵੀਂ ਤਾਕਤ ਤੁਹਾਨੂੰ ਮਿਲੇਗੀ ਕਿ ਤਾਂ ਕਿ ਤੁਸੀਂ ਮੁੜ ਕੇ ਪੈਰਾਂ ਤੇ ਖੜੇ ਹੋ ਜਾਓ। ਭਾਵੇਂ ਤੁਸੀਂ ਡਿੱਗ ਪਏ ਆ, ਉਹ ਉਕਾਬਾਂ ਵਾਂਝੂ ਖੰਭਾਂ ਉੱਤੇ ਉਡਣਗੇ। ਉਹਨਾਂ ਦੇ ਨਵੇਂ ਖੰਭ ਨਿਕਲਣ ਆਣਗੇ, ਉਹਨਾਂ ਦੇ ਨਵੇਂ ਨਹੁੰ ਨਿਕਲ ਆਣਗੇ। ਉਹਨਾਂ ਦੇ ਪੈਰ ਕੀ ਆ, ਜਿਹੜੇ ਪੈਰਾਂ ਦੇ ਨਹੁੰ ਆ ਉਹ ਤਿੱਖੇ ਹੋ ਜਾਣਗੇ। ਉਹਨਾਂ ਦੀਆਂ ਜਿੱਦਾਂ ਉਕਾਬਾਂ ਦੀਆਂ ਚਿੰਝਾਂ ਜਿਹੜੀਆਂ ਹੈਗੀਆਂ ਉਹ ਤਿੱਖੀਆਂ ਹੋ ਜਾਂਦੀਆਂ, ਸੋਹਣੀਆਂ ਹੋ ਜਾਂਦੀਆਂ। ਉਹਨਾਂ ਦੇ ਖੰਭ ਨਵੇਂ ਆ ਜਾਂਦੇ ਆ। ਦੇਖਿਆ, ਉਕਾਬਾਂ ਵਾਂਝੂ ਖੰਭਾਂ ਉੱਤੇ ਉਡਣਗੇ ਕਿਉਂਕਿ ਉਹਨੂੰ ਸਭ ਕੁਝ ਨਵਾਂ ਹੋ ਗਿਆ। ਉਹ ਫਿਰਨਗੇ ਔਰ ਹੁਸਣਗੇ ਨਹੀਂ, ਉਹ ਤੁਰਨ ਫਿਰਨਗੇ, ਚੱਲਣਗੇ। ਜਿਸ ਤਰ੍ਹਾਂ ਉਕਾਬ ਆ, ਜਦੋਂ ਤੂਫਾਨ ਹੁੰਦਾ ਆ ਜਾਂ ਮੀਂਹ ਪੈਂਦਾ ਆ, ਉਹ ਬੱਦਲਾਂ ਦੇ ਥੱਲੇ ਨਹੀਂ ਬਲਕਿ ਬੱਦਲਾਂ ਦੇ ਉੱਤੇ ਕੀ ਆ ਚਲੇ ਜਾਂਦਾ ਆ। ਜਦੋਂ ਇਸੇ ਤਰ੍ਹਾਂ ਹੋਵੇਗਾ, ਜਦੋਂ ਤੁਹਾਡੇ ਤੇ ਵੀ ਕੋਈ ਮੁਸੀਬਤ ਆਵੇਗੀ ਬਲਕਿ ਤੁਸੀਂ ਉੱਪਰ ਕੀ ਚਲੇ ਜਾਓਗੇ। ਉਹ ਮੁਸੀਬਤ ਤੁਹਾਨੂੰ ਦੱਬੇ ਨਹੀਂ ਬਲਕਿ ਤੁਸੀਂ ਮੁਸੀਬਤ ਦੇ ਉੱਤੇ ਹੋ ਜਾਓਗੇ। ਸੋ ਇਸ ਤਰ੍ਹਾਂ ਪਰਮੇਸ਼ਵਰ ਸਾਨੂੰ ਕੀ ਆ ਚਾਹੁੰਦਾ ਆ। ਜਾਦੂਗਰਾਂ ਕੋਲੋਂ ਜਾਂ ਚੇਲਿਆਂ ਦੇ ਕੋਲੋਂ ਇਹਨਾਂ ਦੇ ਕੋਲ ਕੀ ਆ ਨਹੀਂ ਜਾਣਾ। ਪਰਮੇਸ਼ਵਰ ਦਾ ਬੱਚਾ ਸਾਨੂੰ ਚਾਹੁੰਦਾ ਆ ਕਿ ਅਸੀਂ ਉਹਦੀ ਕਿਰਪਾ ਦੇ ਹੇਠਾਂ ਕੀ ਆ ਰਹੀਏ। ਹਾਲੇਲੂਇਆ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਗਲੋਰੀ ਟੂ